अच्छा, अज दा मुनाजरा जिहड़ा होया है वो किन्ने किन्ने सुने हैं? शाह जी मैं सुना, मैं शुरू तो लैके एंड तक सुने तुहाडा मुनाजरा। अच्छा, हाँ जी, ते ओदा खुलासा दसो। तुहाडे आउण तो पहला मैं दस दिता होया शाह जी सारा इन्हां नूं, उमर भाई हुणां नूं। हम्म, की दसिया? ਪੁੱਛ ਰਹੇ ਨੇ ਤੇ ਤੁਸੀਂ ਦੱਸੋ ਦੁਬਾਰਾ। ਸਰਕਾਰ ਪੁੱਛ ਰਹੇ ਨੇ। हाँ जी, शाह जी ने उन्होंने पूछा कि दसो मैनू मिर्जे दी किताबां च या कुरान च साबित करके दसो कि आने वाला मसीह मौद जिहड़ा होएगा ओदियां बेतदाद नस्लां होणगियां, दसो कित्थे लिखिआ है? बस इहो गल होई सी। गल ते बथेरी शाह जी होई है। ਸਾਰੀ ਦੱਸੋ ਨਾ। ਉਹ ਗੱਲ ਹੈ ਵੇ ਕਿ ਤੁਸਾਂ ਸੁਣਿਆ ਤੇ ਇਹ ਚੀਜ਼ਾਂ ਤੇ ਤੁਹਾਨੂੰ ਹੀ ਸੁਣਾਉਣ ਵਾਸਤੇ ਤੇ ਹੈ ਨੇ। ਸਾਨੂੰ ਤੇ ਪਤਾ ਨਹੀਂ ਅੱਲਾ ਦੇ ਹੁਕਮ ਨਾਲ ਕਿ ਸਾਡੀ ਆਵਾਮ ਨੂੰ, ਸਾਡੇ ਸੁਣਨ ਵਾਲਿਆਂ ਨੂੰ ਵੀ ਕੋਈ ਗੱਲ ਸਮਝ ਹੁੰਦੀ ਹੈ ਕਿ ਨਹੀਂ। ਤੇ ਅਸਲ ਤੇ ਇਹ ਵੇ ਕਿ ਤੁਸਾਂ ਬਹਿਣਾ ਤੇ ਹੈ ਵੇ, ਲੇਕਿਨ ਉਹ ਸਾਰੀਆਂ ਚੀਜ਼ਾਂ ਨੂੰ ਕੈਪਚਰ ਕਰਨਾ ਹੈ ਕਿ ਮੁਫਤੀ ਮੁਬਸ਼ਰ ਸ਼ਾਹ ਨੇ ਕੀ ਸਵਾਲ ਕੀਤਾ, ਅੱਗੋਂ ਕਾਦੀਆਨੀ ਨੇ ਕੀ ਜਵਾਬ ਦਿੱਤਾ, ਫਿਰ ਉਹਦੇ ਜਵਾਬ ਦੇ ਉੱਤੇ ਮੁਫਤੀ ਮੁਬਸ਼ਰ ਨੇ ਕਿੰਜ ਫੜਿਆ ਤੇ ਕਾਦੀਆਨੀ ਦੀਆਂ ਕਿੰਜ ਦੌੜਾਂ ਲੱਗੀਆਂ ਕਿ ਕਿੰਜ ਉਹ ਕਲਾਂਬਾਜ਼ੀਆਂ ਮਾਰ ਰਿਹਾ ਸੀ। ਉਹ ਸਭ ਦੱਸੋ ਨਾ ਜੀ, ਕੀ ਤੁਸੀਂ ਸਿੱਖਿਆ ਜਾਂ ਕੀ ਮਤਲਬ ਨਿਚੋੜ ਕੱਢਿਆ, ਉਹ ਦੱਸੋ ਸਾਨੂੰ। अच्छा, मतलब नहीं पता। गुजारिश है वे कि ये चीज़ां होंदियां ने तुहाडे वास्ते ही ने, अपने लिसनर वास्ते ने चीज़ां कि तुसी कोई तरबियत होए। सानू तो पता नहीं अल्लाह दे हुक्म नाल सब झूठ ते सच दा पता है, कित्थे झूठ है ते केड़ी चीज़ सच है। वो तुहाडियां तरबीयतां वास्ते ये कि तुसी फिर करनियां होंदियां ने बराडां ते कादियानियां नाल गुफ्तगू, ते ਉਹਦਾ ਇੱਕ ਅੰਦਾਜ਼ ਤੇ ਤਰੀਕਾ ਤੇ ਗ੍ਰਿਫਤ ਤੇ ਉਹ ਸਭ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਕੀ ਸਵਾਲ ਹੁੰਦਾ ਹੈ ਤੇ ਅੱਗੋਂ ਕੋਈ ਜਵਾਬ ਦੇਵੇ ਤੇ ਉਹਨੂੰ ਕਿੰਜ ਫੜਨਾ ਹੈ। ਅੱਜ ਦਾ ਲੁਬੇ ਲੁਬਾਬ ਤੇ ਖੁਲਾਸਾ ਹੈ ਵੇ ਕਿ ਕਾਦੀਆਨੀ ਚੂੰਕਿ ਉਹਨਾਂ ਦਾ ਮੌਜੂ ਹੀ ਇੱਕ ਹੁੰਦਾ ਹੈ, ਹਯਾਤੇ ਮਸੀਹ ਤੇ ਸਾਬਤ ਕਰ ਦਿਓ ਜ਼ਿੰਦਾ, ਤੇ ਉਹਦਾ ਤਰੀਕਾ ਘਰ ਹੈ ਵੇ ਕਿ ਇੱਕ ਮੌਜੂ ਜਿਹੜਾ ਹੈ ਨਾ ਉਹ ਲੈ ਕੇ ਜਾਇਆ ਜਾਏ ਕਾਦੀਆਨੀਆਂ ਦੇ ਕੋਲ। ਜ਼ਿਆਦਾ ਨਹੀਂ ਮੌਜੂ, ਇੱਕ ਮੌਜੂ ਬੜਾ ਹੈ ਤੇ ਹਰ ਵਾਰੀ ਮੌਜੂ ਬਦਲ ਲਵੋ। ਤੇ पिछले कई मौजूआत, मुख्तलिफ मौजूआत ते मैं कादियानियां नाल गुफ्तगू कर चुकिया सां ते अज एक नवा मौजू मैं लैके गया कि नस्लें हैं मेरी बेशुमार। मिर्जा कादियानी कहंदा है। मैं क्या जी साबित कर दिओ कुरान दे विचों, क्योंकि तुहाडा दावा है कि जमाते अहमदिया कुरान च हर चीज़ साबित करदी है ਤੇ ਤੁਸੀਂ ਵੀ ਸਾਨੂੰ ਵੀ ਕਹਿੰਦੇ ਹੋ ਜੀ ਕੁਰਾਨ 'ਚੋਂ ਫਲਾਂ ਚੀਜ਼ ਸਾਬਤ ਕਰੋ। ਤੇ ਮੈਂ ਕਿਹਾ ਤੁਸੀਂ ਵੀ ਤਾਂ ਜ਼ਰਾ ਕੁਰਾਨ 'ਚੋਂ ਸਾਬਤ ਕਰੋ ਨਾ ਆਪਣੇ ਅਕੀਦਿਆਂ ਨੂੰ ਕਿ ਮਿਰਜ਼ੇ ਕਾਦੀਆਨੀ ਨੇ ਜਿਹੜਾ ਕਿਹਾ ਕਿ ਨਸਲੇ ਹੈ ਮੇਰੀ ਬੇਸ਼ੁਮਾਰ, ਤੇ ਕਿਆ ਮਸੀਹ ਮੌਤ ਦੀ ਕੋਈ ਅਲਾਮਤ ਕਿਧਰੇ ਕੁਰਾਨ ਦੇ ਵਿੱਚ ਦੱਸੀ ਜੇ ਅੱਲਾ ਨੇ? ਮੈਂ ਹਦੀਸ ਦੀ ਗੱਲ ਹੀ ਨਹੀਂ ਕੀਤੀ, ਕਿਉਂਕਿ ਕਾਦੀਆਨੀ ਕੁਰਾਨ ਦੀ ਗੱਲ ਕਰਦੇ ਨੇ ਤੇ ਉਹ ਮੈਂ ਕੁਰਾਨ 'ਚ ਹੀ ਇਹਨਾਂ ਨੂੰ ਨਪਿਆ ਕਿ ਬਈ ਸਾਬਤ ਕਰੋ ਬਈ ਆਉਣ ਵਾਲੇ ਮਸੀਹ ਮੌਤ ਦੀ ਇਹ ਅਲਾਮਤ ਕੁਰਾਨ 'ਚ ਕਿਧਰੇ ਹੋਵੇ ਕਿ ਉਹਦੀਆਂ ਨਸਲਾਂ ਬੇਸ਼ੁਮਾਰ ਹੋਣਗੀਆਂ। ਇਹਦੇ ਉੱਤੇ ਫਿਰ ਮੁਰੱਬੀ ਕਲਾਬਾਜ਼ੀਆਂ, ਕਦੀ ਉੱਧਰ ਕਦੀ ਉੱਧਰ ਕਦੀ ਉੱਧਰ। ਫਿਰ ਕੋਈ ਅੱਧਾ ਕੁ ਘੰਟਾ ਜਦੋਂ ਲੰਘ ਗਿਆ ਨਾ ਤੇ ਖੋਲ੍ਹ ਲਈ ਉਹਨੇ ਜਨਾਬ ਕੀ ਉਹਦਾ ਨਾਂ ਹੈ ਪਾਕਟ ਬੁੱਕ,
ਪਾਕਟ ਬੁੱਕ ਤੋਂ ਚੋਂ ਵੀ ਸਾਬਤ ਨਾ ਹੋਇਆ। ਫਿਰ ਰੂਹਾਨੀ ਖਜ਼ਾਨ ਜਿਲਦ 17 ਖੋਲ ਲਈ ਸੂੰ, ਉੱਥੋਂ ਵੀ ਸਾਬਤ ਕੋਈ ਨਾ ਹੋਇਆ। ਫਿਰ ਖੋਲ ਲਿਆ ਸੋ ਨਾ ਮਲਫੂਜ਼ਾਤ, ਉੱਥੋਂ ਵੀ ਸਾਬਤ ਕੋਈ ਨਾ ਹੋਇਆ। ਉਹ ਮੈਂ ਨਾ ਕਿਤਾਬਾਂ ਫੜ ਕੇ ਓਰੀਜਨਲ, ਮੈਂ ਕੈਮਰਾ ਆਨ ਕਰਕੇ ਮੈਂ ਕਿਹਾ ਕੈਮਰਾ ਮੇਰਾ ਵੱਡਾ ਕਰੋ, ਸਕਰੀਨ ਵੱਡੀ ਕਰੋ ਤਾਂ ਕਿ ਕੌਮ ਨੂੰ ਪਤਾ ਚੱਲੇ। ਉਹ ਕੌਮ ਨੂੰ ਅਸੀਂ ਸਾਰਾ ਵਹਾਇਆ ਤੇ ਆਖਰੀ ਦਮ ਤੱਕ ਕੁਝ ਵੀ ਨਾ ਜਨਾਬ। ਫਿਰ ਮੈਂ ਆਖਰ ਤੇ ਜਾ ਕੇ ਐਲਾਨ ਕਰ ਦਿੱਤਾ ਕਿ ਮੂੰਹ ਮੰਗਾ ਇਨਾਮ ਤੁਹਾਨੂੰ ਮੈਂ ਦੇ ਦਿਆਂਗਾ, ਕੁਰਾਨ ਦੀ ਇੱਕ ਆਇਤ ਸਾਬਤ ਕਰ ਦਿਓ। ਨਾ ਜੀ ਕੋਈ ਨਾ। ਫਿਰ ਇਹਨਾਂ ਨੇ ਡਰਾਮੇ ਸ਼ੁਰੂ ਕੀਤੇ ਕਿ ਬਾਰ-ਬਾਰ ਮੇਰੀ ਆਈਡੀ ਨੂੰ ਬਲਾਕ ਕਰ ਰਹੇ ਸਨ, ਜਿਹੜੀ ਆਈਡੀ ਤੋਂ ਮੈਂ ਰਿਕਾਰਡਿੰਗ ਕਰ ਰਿਹਾ ਸਾਂ। ਇਹ ਇਹਨਾਂ ਦਾ ਤਰੀਕਾ ਸੀ ਔਰ ਤਰੀਕਾ ਵਾਰਦਾਤ ਸੀ ਕਿ ਇਹ ਬਿਫਰ ਜਾਏਗਾ ਔਰ ਕੋਈ ਔਲ ਫੁੱਲ ਬਕੇਗਾ ਤੇ ਫਿਰ ਅਸੀਂ ਕਵਾਂਗੇ ਵੇਖੀਏ ਇਹ ਹੁਣ ਮੁਨਾਜ਼ਰੇ ਤੋਂ ਨੱਸਦਾ ਹੈ ਪਿਆ। ਉਹ ਅਸਲ 'ਚ ਜਾਨ ਛਡਾਉਂਦੇ ਸਨ ਪਏ ਤੇ ਮੈਂ ਬੜਾ ਧੀਮੇ ਲਹਿਜੇ 'ਚ ਰਹਿ ਕੇ ਨਾ ਗੁਫ਼ਤਗੂ ਕੀਤੀ। ਕਿਧਰੇ ਵੀ ਮੈਂ ਨਾ ਕੋਈ ਬਦਮਜ਼ਗੀ ਦਾ ਕੋਈ ਮਾਹੌਲ ਜਾਂ ਕੋਈ ਐਸੀ ਇਹਨਾਂ ਨੂੰ ਨੱਸਣ ਦੀ ਕੋਈ ਰਾਹ, ਕੋਈ ਐਸੀ ਛੋਟੀ ਮੋਟੀ ਵੀ ਨੁੱਕਰ ਮੈਂ ਨਹੀਂ, ਸਿਵਾਏ ਇੱਕ ਲਫ਼ਜ਼ੋਂ ਮੈਂ ਬੋਲਿਆ ਯੱਬ। ਮੈਂ ਕਿਹਾ ਯੱਬ ਹੀ ਪੈ ਗਏ ਯਾਰ। ਤੇ ਉਹ ਫੇਵਰਟ ਕਹਿੰਦਾ ਜੀ ਐ ਨਾ ਤੂੰ ਗਾਲੀ ਕੱਢੀ ਹੈ ਪਤਾ ਨਹੀਂ, ਤੇ ਗੈਰ ਪਾਰਲਮਾਨੀ ਲਫ਼ਜ਼ ਬੋਲਿਆ। ਮੈਂ ਕਿਹਾ ਅਗਰ ਇਹ ਗੈਰ ਪਾਰਲਮਾਨੀ ਹੈ ਤੇ ਇਹਦੇ ਨਾਲ ਵੱਡੇ ਵੱਡੇ ਮਿਰਜ਼ਾ ਜੀ ਨੇ ਬੋਲੇ ਨੇ। ਉਹ ਤੇ ਕੁੱਤੀਆਂ ਦੇ ਬੱਚੇ ਤੇ ਰੰਡੀ ਦੇ ਬੱਚੇ, ਰੰਡੀ ਕੀ ਔਲਾਦ ਜ਼ੁਰੀਅਤੁਲ ਬਗਾਇਆ ਤੇ ਖੰਦੀਰੋ ਤੇ ਵਲਦੁਲ ਹਰਾਮ ਤੋਂ ਥੱਲੇ ਬੋਲਦੇ ਹੀ ਨਹੀਂ ਸੀ। ਉਹ ਜਦੋਂ ਮੈਂ ਗੱਲ ਕੀਤੀ ਤੇ ਨਾਲ ਹੀ ਉਹਨੇ ਮੈਨੂੰ ਚੁੱਪ ਕਰਾ ਦਿੱਤਾ, ਜਾਂਦੇ ਜਾਂਦੇ ਚ ਖੈਰ ਖੈਰ ਖੈਰ। ਉਹ ਬਲਕਿ ਉਹਨੇ ਮਾਈਂਡ ਰੋਸਟਰ ਨੇ ਨਾ ਆਂਦਾ ਮਿੱਟੀ ਪਾਓ ਮਿੱਟੀ ਪਾਓ ਮਿੱਟੀ ਪਾਓ। ਤੇ ਇਹ ਲੁਬੇ ਲੁਬਾਬੇ ਪੂਰੇ ਅੱਜ ਦੇ ਮੁਨਾਜ਼ਰੇ ਦਾ। बस हजूर इंज ही समझ लो कि कुताही हो गई है ते देखना बड़ा मेरा। मैं हुण भी बल्कि ब्रॉड चेक कर रहा था, मैं क्या ऐसे आगे एक दोस्त ने दसिया कि यानी कि फेवरेट 45 ਦੇ ਉੱਤੇ ਹੋ ਰਿਹਾ ਤੇ ਉਹ ਮੈਂ ਚੱਕਰ ਲਗਾ ਕੇ ਆਇਆ, ਉਹ ਨਹੀਂ ਸੀ ਕਦੇ ਮੈਨੂੰ ਟ੍ਰੇਸ ਹੋਈ ਆਈਡੀ ਨਾ। ਤੇ ਮੈਂ ਕਿਹਾ ਸ਼ਾਇਦ ਹੁਣ ਖਤਮ ਹੋ ਗਿਆ ਤੇ ਹੁਣ ਤੁਸੀਂ ਤੇ ਇਹਨੂੰ YouTube ਤੇ ਚੜਾਈ ਦੇਣਾ, ਅੱਲਾ ਖੈਰ ਕਰੇ। ਫਿਰ ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲੋ ਕਰਮ ਨਾਲ ਅਸੀਂ ਉਹਨੂੰ ਵੇਖ ਕੇ ਨਾਲ ਕਮੈਂਟ ਪਾਸ ਕਰਾਂਗੇ, ਨਾਲ ਜੁੱਤੀਆਂ ਮਾਰਾਂਗੇ ਇਹਨਾਂ ਨੂੰ ਚੰਗੀਆਂ ਰੱਜ ਕੇ। ਤੇ ਤੁਹਾਡਾ ਮੇਰਾ ਹਾਲੇ ਮਨਾਜ਼ਰਾ ਸਲੀਮ ਮਾਈਂਡ ਰੋਸਟਰ ਨਾਲ ਹੀ ਹੋਇਆ ਨਾ? ਹਾਂਜੀ ਹਾਂਜੀ, ਮੀਰ ਸਲੀਮ ਮਾਈਂਡ ਰੋਸਟਰ। ਗੱਲ ਸ਼ੁਰੂ ਹੋਈ ਸੀ ਇਮਰਾਨ ਕਾਲੂ ਦੇ ਨਾਲ ਤੇ ਫਿਰ ਦੌੜਿਆ ਆਇਆ ਵਿੱਚ ਜਨਾਬ ਡਾਕਟਰ ਜ਼ਕਰੀਆ। ਫਿਰ ਜਨਾਬ ਦੌੜਿਆ ਆ ਗਿਆ ਮੀਰ ਸਲੀਮ ਮਾਈਂਡ ਰੋਸਟਰ। ਫਿਰ ਦੌੜਿਆ ਆ ਗਿਆ ਜਨਾਬ ਫੇਵਰਟ 49। ਉਹਨਾਂ ਦੀ ਆਪਸ ਦੇ ਵਿੱਚ ਹੀ ਰੌਲਾ ਪੈ ਗਿਆ ਕਿ ਗੱਲ ਇਹਦੀ ਕਿਹਦੇ ਨਾਲ ਕਰਾਈਏ। ਮੈਂ ਕਿਹਾ ਤੁਹਾਡੀ ਤੇ ਆਪਣੀ ਨਹੀਂ ਨਿਭਦੀ ਪਈ, ਤੁਹਾਨੂੰ ਤਾਂ ਪਤਾ ਹੀ ਨਹੀਂ ਕਿ ਗੱਲ ਕਰਨੀ ਕਿੰਨੇ ਵੇ ਮੇਰੇ ਨਾਲ। ਡਾਕਟਰ ਜ਼ਕਰੀਆ ਕਵੇ ਕਿ ਇਮਰਾਨ ਕਾਲੂ ਕਰੇਗਾ ਮੁਫਤੀ ਬਸ਼ਰ ਨਾਲ ਗੱਲ, ਤੇ ਫੇਵਰਟ 49 ਕਵੇ ਇਹ ਮਾਈਂਡ ਰੋਸਟਰ ਕਰੇਗਾ। ਚਲੋ ਪਹਿਲੇ ਤੇ ਇਹ ਰੌਲਾ ਪਿਆ ਰਿਹਾ ਨਾ, ਤੇ ਮੈਂ ਜਦੋਂ ਇੰਟਰੀ ਮਾਰੀ ਹੈ ਨਾ ਉਦੋਂ ਇਹਨਾਂ ਦੀ ਆਪਸ 'ਚ ਲੜਾਈ ਹੋ ਰਹੀ ਸੀ। ਉਹ ਤਲਤ ਮੁਰੱਬੀ ਨੂੰ ਬਿਠਾਇਆ ਸੀ ਇਹਨਾਂ ਸਾਰਿਆਂ ਨੇ, ਤੇ ਉਹਦੀ ਕਲਾਸ ਲੈ ਰਹੇ ਸਨ ਤੇ ਉਹਨੂੰ ਬੁਰਾ ਭਲਾ ਕਹਿ ਰਹੇ ਸਨ। ਤੇ ਜ਼ਕਰੀਆ ਆਂਦਾ ਤੇਰੀ ਅਸੀਂ ਰੋਜ਼ਾਨਾ ਕਲਾਸ ਲੈਣੀ ਹੈ। ਤੇ ਮੈਂ ਜਾ ਕੇ ਇੱਥੋਂ ਹੀ ਗੱਲ ਸ਼ੁਰੂ ਕਰ ਲਈ ਨਾ। ਉਹ ਮੈਂ ਕਿਹਾ ਤੁਹਾਡਾ ਬਜ਼ੁਰਗ ਹੈ ਤੇ ਤੁਸੀਂ ਇਹ ਕਲਾਸਾਂ ਉਹਦੀਆਂ ਲੈਂਦੇ ਹੋ ਪਏ, ਕੋਈ ਸ਼ਰਮ ਨਹੀਂ ਤੁਹਾਡੇ 'ਚ ਹੈ। ਤੇ ਉਹਦੀ ਬਿਸਤੀ ਕਰਕੇ ਉਹਨੂੰ ਸਾਈਡ ਤੇ ਮੈਂ ਕੀਤਾ ਹੀ। ਤੇ ਫਿਰ ਮੁਰੱਬੀ ਸਾਰੇ ਜੁੱਟ ਗਏ ਨਾ ਮੈਨੂੰ, ਜਿਹੜੀ ਇਹਨਾਂ ਦੀ ਆਦਤ ਹੈ। ਉਹ ਮੈਂ ਕਿਹਾ ਮੈਂ ਤੇ ਤੁਹਾਨੂੰ ਸਮਝਾਉਣ ਨਵਾਂ ਪਿਆ ਤੇ ਤੁਸੀਂ ਮੈਨੂੰ ਹੀ ਪੈ ਗਏ ਹੋ, ਇਹ ਤੇ ਇਹਨਾਂ ਦਾ ਹਿਸਾਬ ਜੇ। ਅੱਛਾ ਫਿਰ ਵਿੱਚ ਫਿਰ ਇਹ ਵੀ ਚੀਜ਼ ਪਤਾ ਚੱਲੀ ਕਿ ਇਹਨਾਂ ਦੀ ਆਪਸ 'ਚ ਸਾਰਿਆਂ ਦੀ ਅਣਬਣ ਨਾ, ਇਹ ਸਭ ਵੱਢਦੇ ਨੇ ਪਏ ਇੱਕ ਦੂਜੇ ਨੂੰ।
ਇਹ ਹੁਣ ਵੀ ਜਦੋਂ ਮੈਂ ਛੱਡ ਕੇ ਆਇਆ ਵਾਂ ਨਾ, ਤੇ ਉਹ ਇੱਕ ਖਾਲਦ ਮੁਰੱਬੀ ਆਇਆ ਹੀ, ਤੇ ਉਹ ਪੈ ਗਿਆ ਫੇਵਰੇਟ 49 ਨੂੰ। ਤੇ ਇੰਜ ਦੇ ਹਿਸਾਬ ਜੇ ਇਹਨਾਂ ਨੂੰ, ਉਹ ਸਾਰੇ ਲੜਦੇ ਨੇ ਤੇ ਆਪਸ। ਹਜ਼ੂਰ ਵਾਕਈ ਇਹਨਾਂ ਦੀ ਨਾ ਹੁਣ ਆਪਸ ਚ ਲੜਾਈਆਂ ਸ਼ੁਰੂ ਹੋ ਗਈਆਂ ਨੇ, ਔਰ ਇਹ ਚ ਕੋਈ ਸ਼ੱਕ ਨਹੀਂ, ਤੁਸੀਂ ਸਹੀ ਅਸਲ ਚ ਰੌਲਾ ਪਤਾ ਕੀ, ਅਸਲ ਚ ਰੌਲਾ ਹੈ ਵੇ ਕਿ ਹਰ ਇੱਕ ਇਹ ਚਾਹ ਰਿਹਾ ਵੇ ਕਿ ਮੈਂ ਨੰਬਰ ਟੰਗਾ, ਕਿਉਂਕਿ ਇਹਨਾਂ ਨੇ ਆਪਣੀ ਜਮਾਤ ਨੂੰ ਨਾ ਜਵਾਬ ਦੇਣਾ ਹੁੰਦਾ ਨਾ ਕਿ ਹਾਂ ਭਾਈ ਕਿੰਨੇ ਮੌਲਵੀਆਂ ਨੂੰ ਫਿਰ ਲਤਾੜ ਕੇ ਆਏ ਹੋ, ਕਿੰਨੀ ਕੁ ਤਬਲੀਗ ਕਰਕੇ ਆਏ ਹੋ। ਉਹ ਫਿਰ ਨਾ ਉੱਥੇ ਫਾਰਮ ਫਿਲ ਕਰਕੇ ਦਿੰਦੇ ਨੇ, ਮੈਂ ਅੱਜ ਇੰਨੇ ਮੁਨਾਜ਼ਰੇ ਕੀਤੇ ਨੇ ਫਲਾਂ ਫਲਾਂ ਮੌਲਵੀ ਨੂੰ ਮੈਂ ਚਿੱਤ ਕਰ ਰਿਹਾ, ਤੇ ਉਹਦੀ ਫਿਰ ਇਹਨਾਂ ਨੂੰ ਪੈਸੇ ਲੱਭਦੇ ਨੇ। ਤੇ ਉਹ ਇਹ ਰੌਲੇ ਪਏ ਨੇ ਹੁਣ ਇਹਦੇ ਵਿੱਚ ਨਾ, ਦੌੜਾਂ ਲੱਗੀਆਂ ਨੇ ਅੱਗੇ ਵਧਣ ਦੀਆਂ। ਇਮਰਾਨ ਕੱਲ੍ਹ ਨੂੰ ਕਹਿੰਦਾ ਪਿਆ ਮੈਂ ਵਾਂ ਸਭ ਤੋਂ ਵੱਡਾ ਡਿਬੇਟਰ, ਤੇ ਜ਼ਕਰੀਆ ਮੁਰੱਬੀ ਕਹਿੰਦਾ ਪਿਆ ਮੈਂ ਵਾਂ ਵੱਡਾ, ਤੇ ਮਾਈਂਡ ਰੋਸਟਰ ਕਹਿੰਦਾ ਪਿਆ ਮੈਂ ਵਾਂ ਵੱਡਾ, ਤੇ ਫੇਵਰੇਟ 49 ਕਹਿੰਦਾ ਹੁੰਦਾ ਮੈਂ ਵਾਂ ਵੱਡਾ, ਤਲਤ ਮੁਰੱਬੀ ਕਹਿੰਦਾ ਮੈਂ ਵਾਂ ਵੱਡਾ, ਮੈਨੂੰ ਸਭ ਕੁਝ ਹੁੰਦਾ ਹੈ। ਇਹ ਰੌਲੇ ਪਏ ਹੁਣ, ਨਿਸ਼ਿਸਤਾਂ ਦੇ ਰੌਲੇ ਪੈ ਗਏ ਨੇ ਕਿ ਭਾਈ ਕੁਰਸੀ ਤੇ ਕਿੰਨੇ ਬਹਿਣਾ ਹੈ, ਕਿ ਮਹਾਨ ਮੁਰੱਬੀ ਕਿਹੜਾ ਹੈ, ਉਹ ਇਹ ਰੌਲਾ ਪਿਆ ਜੀ। ਬਿਲਕੁਲ ਹਜ਼ੂਰ ਵਾਲਾ ਸ਼ਾਨ ਇਹਨਾਂ ਦਾ ਵਾਕਈ ਇਹਨਾਂ ਨੇ ਨਾ ਆਪਸ ਚ ਲੜਨ ਹੁਣ ਮਰ ਜਾਣਾ ਹੈ। ਅਸਲ ਚ ਨਾ ਇਹਨਾਂ ਦਾ ਹੁਣ ਨੱਸਣ ਦਾ ਟਾਈਮ ਆ ਗਿਆ, ਬਲਕਿ ਮਜ਼ੀਦ ਨੱਸ ਚੁੱਕੇ ਨੇ। ਕਿੰਨੇ ਕੁ ਮੁਰੱਬੀ ਨੇ, ਗਿਣੇ ਚੁਣੇ ਮੁਰੱਬੀ ਨੇ ਜਿਹੜੇ ਤੁਸੀਂ ਨਾਮ ਲਏ ਨੇ, ਇਹ ਗਿਣੇ ਚੁਣੇ ਨੇ ਹੁਣ। ਤੇ ਮਾਈਂਡ ਰੋਸਟਰ ਵਾਸਤੇ ਤੇ ਮੇਰਾ ਇੱਕ ਪੈਗਾਮ ਸੀ, ਅੱਗੇ ਮੈਂ ਆਉਂਦਿਆਂ ਤੁਹਾਡੇ ਆਉਣ ਤੋਂ ਪਹਿਲਾਂ ਵੀ ਦਿੱਤਾ ਕਿ ਕਿੰਨੀ ਕੁ ਵਾਰੀ ਜੁੱਤੀਆਂ ਖਾਣੀਆਂ ਨੇ ਇਹਨੇ ਮੁਫਤੀ ਸਾਹਿਬ ਕੋਲੋਂ, ਇਹਨੇ ਮੁਫਤੀ ਸਾਹਿਬ ਕੋਲੋਂ ਕਿੰਨੀ ਕੁ ਵਾਰੀ ਲਿੱਤਰ ਖਾਣੇ ਨੇ। ਮੈਂ ਤੇ ਇਸ ਗੱਲ ਤੋਂ ਹੈਰਾਨ ਹਾਂ, ਇਹ ਕੋਈ ਐਡਾ ਕੋਈ ਠੰਡਾ ਬਗੈਰਤ ਹੈ ਸਲੀਮ ਮਾਈਂਡ ਰੋਸਟਰ ਕਿ ਹਰ ਵਾਰੀ ਲਿੱਤਰ ਖਾਂਦਾ ਤੇ ਹਰ ਵਾਰੀ ਅੱਗੇ ਸਿਰ ਕਰ ਛੱਡਦਾ ਕਿ ਲਓ ਜੀ ਮਾਰ ਲਓ ਹੋਰ। ਤੇ ਇਹਨਾਂ ਨੂੰ ਮੈਂ ਅੱਗੇ ਵੀ ਪੈਗਾਮ ਦਿੱਤਾ, ਹੁਣ ਵੀ ਪੈਗਾਮ ਦੇ ਰਿਹਾ। ਤੇ ਇਹ ਹੁਣ ਗਿਣੇ ਚੁਣੇ ਵਾਕਈ ਮੁਰੱਬੀ ਨੇ। ਤੇ ਤਲਤ ਜਿਹੜਾ ਨਾ, ਤਲਤ ਦੇ ਉੱਤੇ ਤਵੱਕੋ ਹੈ ਵੇ ਕਿ ਤੋਬਾ ਕਰ ਜਾਏਗਾ ਇਨਸ਼ਾਅੱਲਾ ਤਾਲਾ। ਅੱਲਾ ਕਰੇ ਤੋਬਾ ਕਰ ਜਾਵੇ। ਉਹਨੂੰ ਥੋੜੀ ਥੋੜੀ ਕੁ ਸਮਝ ਆਉਂਦੀ ਪਈ ਹੈ, ਤੇ ਉਹਨੂੰ ਇਹ ਸਾਰੇ ਲਤਾੜ ਵੀ ਰਹੇ ਨੇ, ਉਹਨੂੰ ਬੇਇੱਜ਼ਤ ਵੀ ਕਰ ਰਹੇ ਨੇ, ਤੇ ਕਾਫੀ ਜਗ੍ਹਾ ਤੇ ਇਹਨੂੰ ਬੇਇੱਜ਼ਤ ਕੀਤਾ ਤਲਤ ਮੁਰੱਬੀ ਨੂੰ। ਤੇ ਬਾਕੀ ਵੇਖੋ ਅੱਲਾਹ ਤਾਲਾ ਦੀ ਜ਼ਾਤ ਅਕਦਸ ਉਹਨੇ ਤੇ ਮਿਹਰਬਾਨੀ ਫਰਮਾ ਦੇਵੇ ਤੇ ਉਹ ਤੋਬਾ ਕਰ ਲੇ। ਬਾਕੀ ਤੁਸੀਂ ਬੜਾ ਅੱਛੀ ਸਟ੍ਰੈਟਜੀ ਅਪਣਾਈ ਹੈ ਕਿ ਜਾ ਕੇ ਤੁਸੀਂ ਤਲਤ ਮੁਰੱਬੀ ਦੇ ਬਾਰੇ ਚ ਬੋਲਿਓ ਕਿ ਯਾਰੋ ਤੁਹਾਡਾ ਬਜ਼ੁਰਗ ਹੈ। ਇਹ ਬੜਾ ਜ਼ਬਰਦਸਤ ਮਾਮਲਾ ਹੈਗਾ ਕਿ ਉਹਦੇ ਬਾਰੇ ਚ ਇਸ ਤਰ੍ਹਾਂ ਦੇ ਅਲਫਾਜ਼ ਬਿਆਨ ਕਰਨਾ। ਤੇ ਇਹਨਾਂ ਨੂੰ ਇਹ ਬਰਾਦਰਾਂ ਦੇ ਕਾਬਲ ਹੀ ਨਹੀਂ। ਹਜ਼ੂਰ ਉਹ ਜਿਹੜਾ ਇਮਰਾਨ ਕਾਲੂ ਹੈ, ਉਹ ਬਗੈਰ ਗਾਲਾਂ ਤੋਂ, ਤੇ ਉਹ ਕਾਹਦਾ ਮੁਰੱਬੀ ਹੈ ਜੀ, ਉਹ ਬਗੈਰ ਸਵਾਏ ਗਾਲਾਂ ਤੋਂ ਕੁਛ ਕਰਦਾ ਹੀ ਨਹੀਂ, ਕੁਛ ਉਹਦੇ ਕੋਲ ਦਲੀਲ ਨਹੀਂ। ਤੇ ਉਹ ਸਾਡੇ ਸਾਹਮਣੇ ਨਹੀਂ ਸਾਰਾ ਕੁਛ, ਉਹਨੇ ਤੇ ਮਿਰਜ਼ਾ ਸਾਹਿਬ ਨੂੰ ਕੁੱਤੀ ਦਾ ਪੁੱਤਰ ਵੀ ਸਾਬਤ ਕਰ ਛੜਿਆ, ਤੇ ਖੰਜ਼ੀਰ ਦਾ ਪੁੱਤਰ ਵੀ ਉਹਨੇ ਆਪੇ ਹੀ ਸਾਬਤ ਕਰ ਛੜਿਆ। ਗੁਜ਼ਾਰਿਸ਼ ਹੈ ਵੇ ਖੰਜ਼ੀਰ ਇਹ ਜਿਹੜਾ ਇਮਰਾਨ ਕਾਲੂ ਹੈ, ਇਹਦੇ ਕੋਲ ਆ ਜਾ ਕੇ ਯਕੀਨ ਮੰਨੋ ਕਿ ਹਜ਼ਰਤ ਆਲਾ ਹਜ਼ਰਤ ਦੇ ਬਾਰੇ ਚ ਸਿਰਫ ਆਪਣੀ ਹਰਦਸਰਾਈ ਕਰਦਾ ਹੈ। ਔਰ ਅਸੀਂ ਤੇ ਇੱਕੋ ਹੀ ਗੱਲ ਕਰਨੇ ਹੁੰਦੇ ਹਾਂ, ਆਲਾ ਹਜ਼ਰਤ ਨੇ ਨਾ ਤੇ ਕੋਈ ਮਹਿਦੀ ਹੋਣ ਦਾ ਦਾਅਵਾ ਕੀਤਾ ਹੈ, ਨਾ ਉਹਨਾਂ ਨੇ ਕੋਈ ਦਾਅਵਾ ਐਸਾ ਕੀਤਾ, ਨਬੂਵਤ ਦਾ ਦਾਅਵਾ ਕੀਤਾ ਹੈ। ਉਹ ਤੁਸੀਂ ਤੇ ਉਸ ਕਾਣੇ ਦਜਾਲ ਪੈਨਸ਼ਨ ਚੋਰ ਨੂੰ, ਗੰਦੇ ਆਦਮੀ ਨੂੰ ਜਿਹਦੀਆਂ ਟੱਟੀਆਂ ਨਹੀਂ ਸਨ ਰੁਕਦੀਆਂ, ਉਹਨੂੰ ਤੁਸੀਂ ਨੌਜ਼ ਬਿੱਲਾ ਝੂਠੇ ਨਬੂਵਤ ਦੇ ਦਾਅਵੇਦਾਰ ਨੂੰ ਨਬੀ ਮੰਨਿਆ। ਅਸੀਂ ਤੇ ਉਹਦੇ ਬਾਰੇ ਜੇ ਤੁਹਾਨੂੰ ਪੁੱਛਦੇ ਆ, ਅਸੀਂ ਤੇ ਨਹੀਂ ਇਹ ਕਹਿੰਦੇ ਕਿ ਬਈ ਆਲਾ ਹਜ਼ਰਤ ਦੇ ਬਾਰੇ ਤੁਸੀਂ ਜਦੋਂ ਗੱਲ ਕਰਦੇ ਹੋ ਆਉਂਦੇ ਤੁਸੀਂ ਉਹਨਾਂ ਦੀ ਕਿਤਾਬਾਂ ਵੱਲੋਂ, ਤੇ ਜਦੋਂ ਤੁਹਾਡੇ ਮਿਰਜ਼ੇ ਦੀ ਕਿਤਾਬਾਂ ਖੋਲੀਏ ਤੁਸੀਂ ਆਲਾ ਹਜ਼ਰਤ ਆ ਜਾਂਦੇ ਹੋ। ਬਈ ਆਲਾ ਹਜ਼ਰਤ ਨੇ ਤੇ ਨਹੀਂ, ਮੇਰਾ ਮਤਲਬ ਹੈ ਕੋਈ ਦਾਅਵਾ ਕੀਤਾ ਕਿਸੇ ਕਿਸਮ ਦਾ, ਦਾਅਵਾ ਤਾਂ ਨਬੂਵਤ ਦਾ ਇਹਨੇ ਕੀਤਾ ਹੋਵੇ, ਮਸੀਹ ਹੋਣ ਦਾ ਦਾਅਵਾ ਇਹਨੇ ਕਰ ਛੜਿਆ, ਖੁਦਾ ਹੋਣ ਦਾ ਦਾਅਵਾ ਇਹਨੇ ਕਰ ਛੜਿਆ, ਖੁਦਾ ਦੀ ਬੀਵੀ ਹੋਣ ਦਾ ਇਹਨੇ ਦਾਅਵਾ ਕਰ ਛੜਿਆ। ਸਾਰੇ ਹਵਾਲੇ ਮੌਜੂਦ ਨੇ ਜੀ ਹਜ਼ੂਰ। ਜੀ ਜੀ, ਅਸਲ ਦੇ ਵਿੱਚ ਗੁਜ਼ਾਰਿਸ਼ ਹੈ ਵੇ ਕਿ ਵਾਲੇकुम सलाम जी शाह जी, मैंने बस एक वही हवाला दिखाना है। शैतानी ख़ज़ाइन ये जेल अभी वाज़ेह नहीं आ रहे, अगर अबू हसन भाई बड़ी कर दें
इसके ऊपर साफ लिखा हुआ है कि जो कादियानी है वो मिर्ज़ा कादियानी को आला हज़रत कह रहे हैं। इस पे साफ लिखा हुआ है। अब जब भी जो ना आला हज़रत पर बात करें तो कादियानी को ये हवाला दिखा दिया करें। शैतानी ख़ज़ाइन जिल्द 20 सफ़ा 463, ये साफ लिखा हुआ है आला हज़रत मस्ती मूत अलैहि। जी शाह जी। बाबा जी बड़े काम का ये हवाला है, इसको ना आप ग्रुप में जरूर डाल दीजिएगा, और जब आप ग्रुप में डालेंगे तो सारे इससे इस्तेफादा हासिल करेंगे। ये बड़े काम का हवाला है और बड़ा अच्छा आइडिया दिया आपने और बड़ा जबरदस्त हवाला निकाला है मेरे ख्याल के मुताबिक। जी बाकी हजूर बात कर सकते हैं। एना हवाला वड्डा कर दियो, अजे थोड़ी देर लगा रहन दियो, मेरी तस्वीर वड्डी करनी कोई जरूरी नहीं। उन्हें एडा कीमती हवाला है ते तुसी ओ फिर वापस कर छड़े। आसफ अजे कोई 5 मिनट लगा रहन दियो। हजूर बहुत कीमती वाला, बहुत कीमती वाला, बड़ा जबरदस्त वाला। अच्छा गुजारिश है वे कि अभी भाई माइक जरा म्यूट करो, वॉइस ना डबल होंदी है, पता नहीं की मसला है। अल्लाहु अकबर। अल्लाह दियां किताबां ते जिन्ना मर्जी खिंच के लियान, गल ते उत्थे ही रहनी है ना, गल ते नहीं बदलनी। उन्होंने अज भी मेरे नाल बड़ी उन्हें जनाब कलाबाजियां इधर ना, मैं कहना भाई ना मार जंप, किड्डा 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 कोडा जंप मार सकना तू, मार लै, मैं भी इत्थे ही हाँ। बड़ी उन्हें जान छड़ाई इधर इधर, फिर दीगर मुरब्बी विच बोल रहे ने, बार बार बोल रहे ने जेड़ी इन्हां दियां करतूतां ने, और जेड़ा विच बोले मैं उसदी बेइज्जती करके उन्हें साइड ते बिठा दिया। मैं चुप कर, 2 बंदे गल करदे, तू विच क्यों बोले? ते ओ जदों विच कोई मुरब्बी बोले ते मैं ना 40 फेवरेट 49, और मैं क्या मियाँ जी वेख लो फिर ओदी पूछल ते मैं थोड़ा जा प्यार कर दिया, वो जनाब भुल जाए। उन्हें अज ओदी मिट्टी पलीत कर छड़ी आ इमरान कालू दी। आंदा तू जड़ा ना, तू साडे मुनादरे खराब करदा। वो पिछ ना वड्डा होके बोलिया। मैं क्या हुण खुश रहे हैं पुत्र, तेनू किन्ने क्या थी चुप हो, होर चुप हो। ते बड़ा लै वे के डिबेट जिहड़ी है ना, डिबेट की है, मुनाजरा की है, कलाम की है, गुफ्तगू की है, अल्फाज दा मजमूआ। अल्फाज की ने जेडे मूँह चों निकलते हैं, वो अल्फाज दे उत्ते पकड़ की जाती है। डिबेट ऐसी चीज़ का ही ना है कि लफ्ज़ां दी पकड़ करनी है, ते डायरी अपने सामने रख ली जाए, ते मुखातब नूं जिहड़ा टाइम मिलिया है तो गुफ्तगू कर रहा है, तो उहदे च पॉइंट नोट करो कि जदों तुहाडी टर्न आनी है तो तुसीं उहदे विच जाके वो लफ्ज़ फिर जिहड़े तुसीं पॉइंट लिखे ने ना, उहदे उत्ते फिर गुफ्तगू करोगे तुसीं। यह तरीकाकार हुंदा है, नहीं तो बंदा भुल जाता है। ते डायरी लाजमी मुनाजरे वास्ते तुहाडे कोल होनी चाहिए, पॉइंट नोट करो। ते मुखातब भी जेड़े जेड़े हवाले दे वो सब नोट करो, ते फिर ओरिजिनल किताबां खोल के वेखो, ते ओहदे विच ही ओहदा जवाब भी हुंदा है। यह तरीकाकार। क्यों भाई असद? असद लगता सो गए। असद ओ काका किधर टुर गए हैं?
असद उमर भाई किधर चले गए हो? जी हजूर बिल्कुल सही फरमाया तुसा। कल जेड़ा तुसी छड़ के चले गए सो ना जेड़ा मरजई आया सी ते ओ जेड़ा जिन्हें है छोटा जिहा सी ते मोने मोटर वड्डी लवाई सी, और जिन्हों असी बड़ा समझा रहे थे कि बदतमीजी ना कर ते चुप ते कर चुप ते कर चुप ते कर, तो वो फिर हजूर ढे चढ़ गया फिर मेरे ही ते एंड ते हजूर गालां कड्ढन लग पिया। मैं उन्हें एक गाल नहीं कड्ढी, गालां कड्ढन लग पिया हजूर। गालां कड्ढ के ना फिर नस गया। और फिर दू बदू मेरे नाल ही हो गया सी सिर्फ ना मामला। ते मैं ते आखा भाई सिर्फ सानू सबूत दे दे बस। वो सारे आखन भी तेन सबूत मंगे है, कुरान हदीस के मुताबिक सबूत दे दे। और ना वाकई जरूर तुहाडी डिबेट बनदी ही नहीं सी, ਉਹ ਤੁਹਾਡੇ ਕਾਬਿਲ ਨਹੀਂ ਸੀਗਾ। ਯਕੀਨ ਮੰਨੋ ਉਹ ਤੁਹਾਡੇ ਕਾਬਿਲ ਨਹੀਂ ਸੀਗਾ, ਤੁਹਾਡੇ ਪੈਰਾਂ ਦੀ ਜੁੱਤੀ ਦੇ ਖਾਕ ਦੇ ਬਰਾਬਰ ਵੀ ਨਹੀਂ ਸੀ। ਉਹਨੂੰ ਲਿੱਤਰ ਮਾਰਿਆ ਜ਼ਰੂਰ ਚੰਗੀ ਗੱਲ। ਓਏ ਅਸਲ ਦੇ ਵਿੱਚ ਇਹ ਵੇ ਕਿ ਉਹ ਸਾਨੂੰ ਵੀ ਪਤਾ ਹੈ ਤੇ ਤੁਹਾਨੂੰ ਵੀ ਪਤਾ ਹੈ, ਲੇਕਿਨ ਉਹ ਕੌਮ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਕਾਦੀਆਨੀਆਂ ਦਾ ਤੇ ਮਰਜ਼ਈਆਂ ਦਾ, ਯਾਨੀ ਮਿਰਜ਼ਾ ਸੀਨੀਅਰ ਗੁਲਾਮ ਕਾਦੀਆਨੀ ਦੇ ਫਾਲੋਵਰ ਤੇ ਮਿਰਜ਼ਾ ਜੂਨੀਅਰ ਜੇਲਮੀ ਦੇ ਫਾਲੋਵਰ, ਇਹਨਾਂ ਦੀ ਔਕਾਤ ਕੀ ਹੈ, ਕੀ ਨੇ, ਕਿੰਨੀ ਕੁ ਇਲਮੀ ਔਕਾਤ ਇਹਨਾਂ ਦੀ। ਅੱਜ ਜਿਹੜੀ ਤੰਬੀ ਲੱਥੀ ਹੈ ਨਾ, ਯਾਨੀ ਆ ਜਾ ਕੇ ਇੱਕ ਹੀ ਇਹਨਾਂ ਕੋਲ ਮੁਰੱਬੀ ਬਚਿਆ ਸੀ ਮੀਰ ਸਲੀਮ, ਤੇ ਅੱਜ ਅੱਲਾ ਦੀ ਕਸਮ ਜਿਹੜਾ ਜ਼ਲੀਲ ਹੋਇਆ ਨਾ, ਛੱਡ ਦਿਓ ਗੱਲਾਂ। ਉਹ ਤੇ ਸੁਣਨ ਵੇਖਣ ਵਾਲੇ ਫੈਸਲਾ ਆਪੇ ਕਰ ਲੈਣਗੇ, ਉਹ ਸਭ ਉਹਨਾਂ ਨੂੰ ਪਤਾ ਚੱਲ ਜਾਣਾ ਹੈ। ਤੇ ਵੇਖਿਆ ਜੇ ਉਹ ਸਾਇਲੈਂਟ ਕਿੰਨੇ ਕਾਦੀਆਨੀ ਜਿਹੜੇ ਥੱਲੇ ਬਹਿ ਕੇ ਸਿਰਫ ਸੁਣਦੇ ਹੀ ਰਹਿੰਦੇ ਨੇ, ਕਦੀ ਉਹਨਾਂ ਨੇ ਕੋਈ ਕਮੈਂਟ ਨਹੀਂ ਕੀਤਾ, ਕਦੀ ਉਹਨਾਂ ਨੇ ਕਾਲ ਨਹੀਂ ਕੀਤੀ, ਉਹ ਕਿੰਨੇ ਮੁਸਲਮਾਨ ਹੁੰਦੇ ਨੇ, ਉਹਨਾਂ ਨੂੰ ਪਤਾ ਚੱਲ ਜਾਏਗਾ, ਸਭ ਪਤਾ ਚੱਲ ਜਾਏਗਾ। ਅਸਲ ਗੱਲ ਅਸੀਂ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ, ਉਹ ਜਿਹੜੇ ਸਾਇਲੈਂਟ ਹੁੰਦੇ ਨੇ। ਤੇ ਇਹ ਵੀ ਅਸਲ ਤੇ ਤੁਰਦੀ ਫਿਰਦੀ ਤਬਲੀਗ, ਤੇ ਕਿਦੋਂ ਦੇ ਬੈਠੇ ਹੋ ਬਰਾੜ ਲਾ ਕੇ। अच्छा जी ये काफ़ी देर हो गई है जेड़ा ना, तकरीबन मेरे हिसाब नाल 2-3 घंटे हो गए उन्होंने। ਉਹ ਬੇੜਾ ਕਰੇ। ਅੱਛਾ ਤੇ ਯਾਰ ਦਿਨ ਦੇ ਟਾਈਮ ਹੀ ਨਾ ਕੋਈ ਬਰਾੜ ਆਪਣੀ ਕੋਈ ਨਾ ਕੋਈ ਮੁੰਡਾ ਲਾ ਕੇ ਰੱਖਿਆ ਕਰੋ। ਗੱਲ ਹੈ ਵੇ ਕਿ ਦੀਗਰ ਬਰਾੜ ਦੇ ਉੱਤੇ ਜੋ ਹਾਲ ਨੇ ਤੇ ਉਹ ਤੇ ਤੁਹਾਡੇ ਸਾਹਮਣੇ ਆ ਹੀ ਗਏ ਹੋਣਗੇ। ਤੇ ਉਹ ਇਹ ਵੇ ਕਿ ਫਿਰ ਮੈਂ ਜਾਵਾਂਗਾ ਤੇ ਉਹ ਗੱਲ ਕੋਈ ਹੋਰ ਪਾਸੇ ਟੁਰ ਪਏਗੀ। ਉਹ ਫਿਰ ਮੈਂ ਮੁਨਾਸਬ ਸਮਝਣਾ ਕਿ ਯਾਰ ਫਿਰ ਨਾ ਸ਼ਿਰਕਤ ਨਾ ਹੀ ਕੀਤੀ ਜਾਏ ਤੇ ਬਿਹਤਰ। ਤੇ ਇਹ ਮਸਲਾ ਹੈ। अस्सलाम वालेकुम मुफ्ती साहब। जी वालेकुम सलाम। मुफ्ती साहब मैं मुनाजरा देख ਰਿਹਾ ਸੀ ਉਹ ਸਲੀਮ ਰੋਸਟਰ ਦਾ ਤੁਹਾਡਾ, ਤੇ ਅੱਜ ਤੇ ਉਹ ਆਪਣੀਆਂ ਗੱਲਾਂ 'ਚ ਫਸਦਾ ਹੀ ਜਾ ਰਿਹਾ। ਉਹ ਫੇਵਰਟ 49 ਵਾਲੇ ਨੇ ਤੇ ਬਿਲਕੁਲ ਸਹੀ ਜਵਾਬ ਦਿੱਤਾ ਕਿ ਯਾਰ ਇਹ ਵੈਸੇ ਸ਼ੇਰ ਹੀ ਹੈ, ਹੋਰ ਤੇ ਗੱਲ ਕੋਈ ਨਹੀਂ। ਤੇ ਉਹ ਮੈਂ ਜਦੋਂ ਵੀ ਕਮੈਂਟ ਕਰਨਾ ਵਾ ਉਹ ਪਹਿਲੇ ਤੇ ਮਿਊਟ ਕਰਦੇ ਨੇ, ਇੱਕ ਕਮੈਂਟ ਹੋਰ ਕਰ ਦੇਵਾਂ 5 ਮਿੰਟ ਬਾਅਦ ਬਲਾਕ ਕਰ ਦਿੰਦੇ ਨੇ। ਉਸ ਤੋਂ ਬਾਅਦ ਮੈਨੂੰ ਨਹੀਂ ਮਾਮਲੇ ਦਾ ਪਤਾ ਲੱਗਾ ਨਾ, ਤੇ ਮੈਂ ਫਿਰ ਚਲਾ ਗਿਆ ਸੀ। ਕੋਈ ਗੱਲ ਨਹੀਂ, ਉਹ ਸਾਡੇ YouTube ਦੇ ਚੈਨਲ ਖਤਮੇ ਨੂੰ ਬਹੁਤ ਟਾਈਮ ਦੇ ਉੱਤੇ ਮਾਸ਼ਾਅੱਲਾ ਸਭ ਕੁਝ ਅਪਲੋਡ ਹੋ ਜਾਣਾ। ਤੇ ਤਾਂ ਹੀ ਤੇ ਕਿਹਾ ਹੈ ਮੈਂ ਦੋਸਤਾਂ ਨੂੰ ਕਿ ਚੈਨਲ ਸਾਡਾ ਜਿਹੜਾ ਨਾ ਸਬਸਕ੍ਰਾਈਬ ਕਰਕੇ ਰੱਖੋ। ਜਿਹੜੀ ਵੀ ਰਿਕਾਰਡਿੰਗ ਹੁੰਦੀ ਉੱਥੇ ਅਸੀਂ ਅਪਲੋਡ ਕਰ ਦਿੰਦੇ ਹਾਂ। ਅਸੀਂ ਆਪਣਾ ਹਰ ਰਿਕਾਰਡ ਰੱਖੇ ਹੈ, ਹਰ ਚੀਜ਼ ਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ ਅਲਹਮਦੁਲਿਲਾ। ਸਹੀ ਹੋ ਗਿਆ ਹਜ਼ੂਰ। ਮੈਂ ਜਿਹੜਾ ਤੁਹਾਡਾ ਮੁਨਾਜ਼ਰਾ ਹੋਇਆ ਇਹ YouTube ਤੇ ਚੜਨਾ ਤੇ ਇਹਨੂੰ ਮੈਂ ਆਪਣੇ ਚੈਨਲ ਤੇ ਹਜ਼ੂਰ ਅਪਲੋਡ ਕਰ ਦਿਆਂ? ਬਿਲਕੁਲ, ਜਿੱਥੇ ਮਰਜ਼ੀ ਕਰੋ, ਇਜਾਜ਼ਤਾਂ ਖੁੱਲੀਆਂ ਡੁੱਲੀਆਂ ਇਜਾਜ਼ਤਾਂ। ਜੀ ਹਜ਼ੂਰ ਬੜੀ ਮਿਹਰਬਾਨੀ। यूसुफी साहब आए ने जी जनाब। अस्सलाम वालेकुम मुफ्ती साहब, कैसे हैं आप? वालेकुम सलाम जी अल्हम्दुलिल्लाह। मुनाजरे सर आपके सुनते रहते हैं, मुनाजरा इन्होंने क्या करना है इन लोगों ने। वो पाकिस्तान में होते हैं ना लोग, वो गलियों में लाइक ठेले पे रेडियो पे वो अपना सामान बेच रहे होते हैं, कोई कबाड़िया या किस तरह की उनकी कैसेट्स होती हैं लगी हुई, तो वो ही कैसेट बार बार
बार बार बार एक ही चीज़ है। तो ये जो 2-4 लोग इनमें बातें करते हैं, एक ही बात है इनके पास। वो जैसे तलत साहब हैं, उनके पास यही है, मुफ्ती साहब कोई सोडे कोल कोई कुरान दी गल है तो दसो। वो दूसरा मीर सलीम है, उसको जो है वो किताबों से मतलब उन्होंने 2-4 किताबों के नाम उसने याद कर लिए हैं, तो वो बस उसके जोम में होता है और कोई बात इनको आती नहीं है, कोई लॉजिकली बात या कोई मंतकी गुफ्तगू बंदा करे जिसपे सुनने वाला भी कम से कम, चलो मुखालिफ सही, लेकिन सुनने वाला ये तो कहे ना कि यार एक बंदा जो है ना पढ़ा लिखा है, तो ये गुफ्तगू जो है ना इसके मतलब गुफ्तगू का इसको फन आता है बात करने का। ना कोई मंतक है ना कोई दलील है, एक ही बात वही बात मुड़ के वही बात बार 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 बार। ये 2-4 इन्होंने चेले चमटे छोड़े हुए हैं, इनको 2-4 बातें याद करवा दी हैं, केस्टें इनको रटा दी हैं, तो बस वही बात बार बार करते रहेंगे। चाहे आप आज मुनाजरा कर लें, 10 साल बाद कर लें, वही बात मिलेगी। पिछले जो लोग आपकी डिबेट सुनते रहे इन लोगों से, वो पिछले सारे मुनाजरे उठा के देख लें, खुदा की कसम 90% वही गुफ्तगू है, वही बातें बार बार वही करेंगे और कोई बात ही नहीं इनको करने के लिए। क्या इन लोगों ने मुनाजरे करने हैं? वो सिर्फ वो मैं आपकी वीडियो देख रहा था, आपसे जब बात कर रहा था, कह रहा था ये देखें मैंने इतनी किताबें हैं, ये फ़लाँ किताब भी मेरे पास है, फ़लाँ भी मेरे पास है, फ़लाँ भी मेरे पास है। तो किसी गधे के ऊपर किताबें लाद देने से वो आलिम थोड़ी बन जाता है। किताबें तो बड़े बड़े कुतुब खानों में पड़ी हुई हैं लोगों के पास। बात तो तब है ना जब बंदा पढ़ी हुई किताब जो है ना सुनाए और फिर पता चले कि वाकई इसने किताब पढ़ी और ये किताब को पढ़ के ये बात कर रहा है और ये समझ भी रहा है किताब का लिखा हुआ। हाँ, बस ऐसा ही है। अभी मैं ना मुनाजरों का जो रुख है ना वो बदल रहा हूँ। अभी जो आइंदा दिनों में जो मुनाजरे होंगे ना, वो सिर्फ और सिर्फ उलमा नू समझ आनी है, अवाम नू तो समझ आनी ही नहीं ना। और मैं ना जनाब शरा तहजीब, नूरुल अनवार, हुसामी ते ए जनाब अपनी की ना है असूले फ़िक़्ह, असूले हदीस, असूले तफसीर, इल्मे मुनाजरा अर्रशीदिया जड़ा है, शरा कायदे नसफिया और अल-इशबा वन नज़ायर, हाँ जी, दुरूसुल बुलागा है। ते इन्हां तो हट के मैं जाना ही नहीं किधर। ते प्योर अरबी वारता करो तर्जमे ते समझाओ सानू। जेड़ी गल करनी है अरबी दी इबारत, इन्हां ने जेड़ी गल करनी है अरबी दी इबारत। चल भाई, इन्हां ने मुंह चुक चुक के वेखना है, इन्हां दी जाने बुलाओ की है। फिर मर्जी तो यही कहने ऐसी फिर ना ही समझिए। आओ ही ना जी, कोई तो तुहाडे प्यो ने नहीं है वेखियां किताबां ते तुसी ते शायद कख नहीं है पूरे ना ने ਇਹ ਤੇ ਮਜੂਨਾ ਦੇ ਨਾਂ ਲੈ ਰਹੇ ਹੋ, ਇਹ ਤੇ ਸਾਨੂੰ ਪਤਾ ਹੀ ਕੋਈ ਨਹੀਂ। ਅਸੀਂ ਮਜੂਨਾ ਕਿੱਥੋਂ ਇਕੱਠੀਆਂ ਕਰੀਏ? ਇਹ ਵਾਕਈ ਹੁਣ ਸੂਲੇ ਮਨਾ ਤੇ ਗਰਦਾਨਾ ਜਿੰਨੀਆਂ ਤੁਸੀਂ ਪੜ੍ਹਨੀਆਂ ਨੇ ਤੇ ਹਜ਼ੂਰੇ ਵਾਲਾ ਸ਼ਾਹ ਨੇ, ਤੇ ਵਾਕਈ ਉਹਨਾਂ ਦੇ ਦਾਦਿਆਂ ਪੜਦਾਦਿਆਂ ਨੂੰ ਵੀ ਨਹੀਂ ਪਤਾ ਜਿਹੜੀਆਂ ਗਰਦਾਨਾ ਤੁਸੀਂ ਦੱਸੀਆਂ। नहीं तुसी वेखो सही, मैं सारा इल्मे मंतिक जड़ा खोल देना है। आहो वो कजिए ते सुगरा कुबरा ही मैं इन्हां दे सिर तो ही लंघ जानी। गल की होई है तुसी वेखो सही बंदा की है। मैं ना कोई थोड़ा जा स्कैच तैयार कर रहा वां ते कुछ हवाला जात नूं तरतीब दे रहा वां, ते वो जूं ही जेड़ा मेरा होमवर्क पूरा हुंदा है ते अगलियां मुनाजरे जेड़े ने ना वो बस उलमा दी हद तक ही होने ने, होर किसे नूं समझ ही नहीं आनी। ते असल वे कादियानी उन्हें जो कहना ना इहदा मतलब की है, ते उदों ते उन्हें फसना है। ये हुई ते तेरे मुंह च कढवाना सी।
ਤੇ ਜਾਮੀਆ ਅਹਮਦੀਆ 'ਚ ਤੁਸੀਂ ਕੀ ਪੜ੍ਹਾਉਂਦੇ ਹੋ ਹੈ? ਤੇ ਬਹਰਹਾਲ ਕਰਨੇ ਆ ਇਨਸ਼ਾਅੱਲਾ ਤਾਲਾ। ਚੰਗੀ ਮੈਨੂੰ ਨੀਂਦਰ ਆਈ ਸੀ ਜਦੋਂ ਮੈਂ ਗਿਆ ਵਾਂ ਨਾ ਉਹ ਬਰਾੜ ਤੇ। ਮੈਂ ਐਵੇਂ ਸੌਣ ਹੀ ਲੱਗਾ ਸਾਂ ਤੇ ਐਵੇਂ ਹੀ ਬਸ ਨਾ ਮੈਂ ਸਕਰੋਲਿੰਗ ਕਰ ਰਿਹਾ ਵਾਂ। ਉਹ ਮੈਂ ਕਿਹਾ ਯਾਰ ਵੇਖਾਂ ਕੀ ਹੈ, ਉਹ ਡਿਬੇਟ ਸ਼ੁਰੂ ਹੋ ਗਈ। ਮੈਂ ਫਿਰ ਉੱਠ ਕੇ ਬਹਿ ਗਿਆ। ਮੈਂ ਕਿਹਾ ਚਲੋ ਫਿਰ ਵੇਖੀ ਜਾਏਗੀ। ਅੱਛਾ ਯਾਰ ਦੋਸਤੋ, ਹਬੀਬ ਸਾਹਿਬ ਆਪਣੀਆਂ ਕੰਪੇਨਾਂ ਨਹੀਂ ਚੱਲ ਰਹੀਆਂ। ਹਬੀਬ ਸਾਹਿਬ ਜੀ ਹਜ਼ੂਰ, ਆਪਣੀਆਂ ਕੰਪੇਨਾਂ ਨਹੀਂ ਚੱਲ ਰਹੀਆਂ। ਹਜ਼ੂਰ ਮੈਂ ਤੇ ਆਪਣੀ ਹਰ ਬਰਾੜ ਦੇ ਵਿੱਚ ਅਰਜ਼ ਕਰ ਰਿਹਾ ਵਾਂ। ਕੰਪੇਨ ਤੁਸੀਂ ਭੁੱਲ ਜਾਂਦੇ ਹੋ ਸਾਰੇ ਹੀ। ਨਹੀਂ ਹਜ਼ੂਰ, ਮੈਂ ਗੱਲ ਹੈ ਵੇ ਕਿ ਜਾਮੀਆ ਖਤਮੇ ਨਬੂਵਤ ਲਿਲ ਬਨਾਤ ਦੀ ਕੰਪੇਨ ਉਹ ਉੱਥੇ ਦੀ ਉੱਥੇ ਹੀ। ਤੇ ਮੈਂ ਅਰਜ਼ ਵੀ ਕੀਤੀ ਸੀ ਕਿ ਉਹਦਾ 10 ਲੱਖ ਰੁਪਈਆ ਮੇਰੇ ਕੋਲ, ਕੋਈ 10.5 ਲੱਖ ਉਹ ਇਕੱਠਾ ਹੋ ਗਿਆ ਵੇ। ਤੇ ਉਹ ਵੀ ਕੰਪੇਨ ਉੱਥੇ ਦੀ ਉੱਥੇ। ਤੇ ਬਹਰਹਾਲ ਇਹ 3 ਮਹੀਨੇ ਹੁੰਦੇ ਨੇ ਪਏ ਭਾਈ, ਰਜਬ, ਸ਼ਬਾਨ ਤੇ ਰਮਜ਼ਾਨ। ਇਹ 3 ਮਹੀਨਿਆਂ ਦੇ ਵਿੱਚ ਕੰਪੇਨ ਇੰਨੀ ਕੁ ਚਲਾਣੀ ਹੈ ਕਿ ਇਹ ਮਦਰਸੇ ਦੀ ਜਗ੍ਹਾ ਜਿਹੜੀ ਹੈ ਨਾ, ਕਮ ਅਜ਼ ਕਮ ਜਗ੍ਹਾ, ਇਸ ਕੰਪੇਨ ਦੇ ਵਿੱਚ ਜਗ੍ਹਾ ਅਸੀਂ ਲੈਣੀ ਹੈ। ਪੂਰੇ ਦੇ ਵਾਸਤੇ ਇੱਕ ਗਰੁੱਪ ਬਣਾ ਦਿੱਤਾ ਗਿਆ, ਤੁਹਾਡੇ ਲਿਮਟ 'ਚ ਹੋਏਗਾ। ਗਰੁੱਪ ਸ਼ਰੂਪਾਂ ਨਾਲ ਨਹੀਂ ਚੱਲਣਾ ਬਾਬਾ ਜੀ, ਗਰੁੱਪਾਂ ਸ਼ਰੂਪਾਂ ਵਾਲੇ ਰੋਲੇ ਨਹੀਂ ਹੈ। ਇਹ ਇੱਥੇ ਇਹ ਹਿਸਾਬ ਲਾਉਂਦੇ ਜੇ ਪਏ, ਇਹ 10-10 ਹਜ਼ਾਰ ਤੇ 20-20 ਹਜ਼ਾਰ। ਇਹ 10-10 ਹਜ਼ਾਰ ਵਾਲਾ ਤੇ ਰੋਲਾ ਤੇ ਨਹੀਂ ਹੈ। ਇਹ ਤੇ ਕੰਪੇਨ ਏਡੀ ਕੁ ਵੱਡੀ ਚੱਲੇ ਕਿ ਬਾਬਾ ਜੀ 2.5 ਕਰੋੜ ਰੁਪਈਆ ਇਕੱਠਾ ਕਰਨਾ। ਹਾਂਜੀ ਹੋ गया। ਹਾਂਜੀ मुफ्ती साहब, आपने जगह कौन सी मुख्तस की है मदरसे के लिए? ਜਗ੍ਹਾ ਜੀ ਇੱਥੇ ਕੋਲ ਹੀ ਹੈ ਸਾਡੇ ਗੁਜਰਾਂ ਵਾਲੇ। 2 ਕਨਾਲ ਜਗ੍ਹਾ ਹੈ। गुजरा वाला 2 ਕਨਾਲ ਜਗ੍ਹਾ ਹੈ। गुजरा वाला तो बाहर नहीं कितने हो सकती जगह। ਨਹੀਂ ਜੀ ਨਹੀਂ, ਮੈਂ ਬਾਹਰ ਤੇ ਮੈਨੂੰ ਬੜੀਆਂ ਜਗ੍ਹਾ ਲੱਭੀਆਂ ਨੇ। ਇਸਲਾਮਾਬਾਦ ਬੰਦਾ, ਇਸਲਾਮਾਬਾਦ ਬੜੀ ਬਿਹਤਰੀਨ ਏਰੀਏ ਦੇ ਵਿੱਚ ਉਹ 1 ਕਨਾਲ ਜਗ੍ਹਾ ਦੇ ਰਿਹਾ ਸੀ। ਫਿਰ ਅੱਲਾ ਤੁਹਾਡਾ ਭਲਾ ਕਰੇ, ਲਾਹੌਰ ਦੇ ਵਿੱਚ ਵੀ ਇੱਕ ਜਗ੍ਹਾ ਬੰਦਾ ਕਹਿ ਰਿਹਾ ਸੀ। ਜੀ ਸਿਆਲਕੋਟ 'ਚ ਇੱਕ ਪਿੰਡ ਵੇ, ਉੱਥੇ ਇੱਕ ਬੰਦਾ ਕਹਿ ਰਿਹਾ ਜੀ ਜਿੰਨੀ ਮਰਜ਼ੀ ਘੇਰੀ ਜਾਂਦੀ ਜੇ ਘੇਰ ਲਓ। ਤੇ ਮੈਂ ਆਪਣਾ ਵੀ ਤਾਂ ਕੋਈ ਹਿਸਾਬ ਤਾਂ ਵੇਖਣਾ ਨਾ। ਅੱਛਾ ਗੱਲ ਹੈ ਵੇ ਕਿ ਪਹਿਲੇ ਮੈਂ ਐਲਾਨ ਕੀਤਾ ਸੀ ਕਿ ਬਈ ਕੁੜੀਆਂ ਦਾ ਸਿਰਫ, ਲੇਕਿਨ ਉਹਦੇ ਤੇ ਮੈਂ ਬੜੀ ਸੋਚੋ ਵਿਚਾਰ ਕੀਤੀ ਹੈ, ਮੁੰਡਿਆਂ ਦਾ ਵੀ ਨਾਲ ਜ਼ਰੂਰੀ ਹੈ। ਤੇ ਉਹਦੇ 'ਚ ਇਹ ਵੇ ਕਿ ਮੈਂ ਕੋਈ ਇੰਜ ਦੀ ਜੋੜ ਤੋੜ ਕੀਤੀ ਹੈ ਤੇ 1 ਨਾਲ ਮੁੰਡਿਆਂ ਵਾਸਤੇ। ਤੇ ਕੋਈ ਇੰਜ ਦਾ ਉਹ ਜ਼ਰੂਰੀ ਹੈ ਬਾਈ, ਦੋਵੇਂ ਹੀ, ਕੁੜੀਆਂ ਮੁੰਡੇ ਦੋਵਾਂ ਇਕੱਠਿਆਂ ਦਾ। ਤੇ ਕਰਨਾ ਯਾਰ, ਇਹ ਕੰਮ ਕਰਨਾ ਭਾਈ। ਸਾਡਾ ਜ਼ੇਨ, ਸਾਡੇ ਇਰਾਦੇ ਵੱਡੇ ਨੇ। ਤੇ ਮਦਰਸੇ ਬੜੇ ਬਣੇ ਨੇ ਭਾਈ ਦੁਨੀਆ 'ਚ, ਬੜੇ ਬਣੇ ਨੇ ਮਦਰਸੇ। ਲੇਕਿਨ ਸਾਰੇ ਨਾ ਮੌਲਵੀ ਤਿਆਰ ਹੋਏ ਜੇ। ਮੁਸਲਮਾਨੋ ਅੱਖਾਂ ਖੋਲੋ ਭਾਈ, ਅੱਖਾਂ ਖੋਲੋ। ਮੈਂ ਬੜੀ ਦੇਰ ਦਾ, ਮੇਰਾ ਇੱਕ ਬੜੀ ਹੋਈ ਦੇਰ ਦਾ, ਬਲਕਿ ਮੈਂ ਅਗਰ ਕਹਾਂ ਕਿ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਨਾ ਬਚਪਨ ਦੇ ਵਿੱਚ, ਮੈਂ ਉਦੋਂ ਦਰਜਾ ਸਾਨੀਆਂ 'ਚ ਸਾਂ। ਤੇ ਉਦੋਂ ਤੋਂ ਹੀ ਮੇਰਾ ਜ਼ੇਨ ਹੈ ਕਿ ਮੈਂ ਇੱਕ ਐਸਾ ਇਦਾਰਾ ਬਣਾਵਾਂਗਾ ਜਿੱਥੇ ਮੁਨਾਜ਼ਿਰ ਤਿਆਰ ਹੋਣਗੇ, ਜਿੱਥੇ ਡਿਬੇਟਰ ਤਿਆਰ ਹੋਣਗੇ। ਤੇ ਇਹ ਮਦਰਸਾ ਅਸੀਂ ਡਿਬੇਟਰ ਤਿਆਰ ਕਰਨੇ ਨੇ। ਹਾਂਜੀ, ਮੁਨਾਜ਼ਿਰ। ਹੁਣ ਦੌਰ ਮੁਨਾਜ਼ਰੇ ਦਾ ਭਾਈ, ਮੁਕਾਲਮੇ ਦਾ।
ਮੁਬਾਹਸੇ ਦੇ, ਜਿੱਥੇ ਤਕਾਬਲੇ ਅਦਿਆਨੋ ਮਜ਼ਾਹਬ ਦੀ ਗੱਲ ਹੋਏ। ਤੇ ਸਾਡਾ ਕੋਈ ਪਾਕਿਸਤਾਨ ਦੇ ਵਿੱਚ ਤੇ ਮੈਨੂੰ ਨਹੀਂ ਪਤਾ ਕਿ ਕੋਈ ਐਸਾ ਇਦਾਰਾ ਹੋਏ ਜਿੱਥੇ ਮੁਨਾਜ਼ਰੀਨ ਤਿਆਰ ਹੁੰਦੇ ਹੋਣ। ਐਨੀਵਨ, ਕੋਈ ਵੀ ਨਹੀਂ, ਸਿਵਾਏ ਮੌਲਵੀ ਤਿਆਰ ਕਰ ਕਰਕੇ ਕੱਢੀ ਜਾ ਰਹੇ ਨੇ, ਉਹ ਮਸੀਤਾਂ ਸੰਭਾਲੀ ਜਾ ਰਹੇ ਨੇ। ਉਹ ਬਾਅਦ ਚੋਂ ਲੱਭਦੇ ਨੇ ਭਾਜੀ ਕੋਈ ਮਸਜਿਦ ਹੈ ਜੇ ਕਿ ਦੱਸੋ। ਭਾਜੀ ਕੋਈ ਐਸਾ ਇਦਾਰਾ ਹੋਣਾ ਚਾਹੀਦਾ ਜਿੱਥੇ ਬਕਾਇਦਾ ਬੱਚਿਆਂ ਨੂੰ ਤੁਸੀਂ ਤਰਬੀਅਤ ਦਿਓ, ਲੈਂਗੁਏਜ ਸਿਖਾਓ, ਇੰਗਲਿਸ਼ ਸਿਖਾਓ, ਅਰਬੀ ਸਿਖਾਓ, ਹੋਰ ਦੁਨੀਆ ਦੀਆਂ ਜਿਹੜੀਆਂ ਮਾਰੂਫ ਜ਼ੁਬਾਨਾਂ ਨੇ ਜਿੱਥੇ ਕਾਦੀਆਨੀ ਸ਼ੋਰਸ਼ ਪਾਈ ਜਾਂਦੀ, ਉਹ ਜ਼ੁਬਾਨਾਂ ਆਉਣ ਉਹਨਾਂ ਨੂੰ। ਫਿਰ ਮਜ਼ਾਹਬ ਦੀਆਂ ਕਿਤਾਬਾਂ ਪੜ੍ਹਾਓ, ਫਿਰ ਉਹਨਾਂ ਦਾ ਤਕਾਬੁਲ ਸਿਖਾਓ। ਹਾਂਜੀ, ਤੇ ਇਹ ਮੇਰਾ ਇੱਕ ਮਿਸ਼ਨ ਹੈ। ਹੁਣ ਇਹ ਵੇਖੋ ਮਿਸ਼ਨ ਪੂਰਾ ਹੁੰਦਾ ਹੈ ਜਾਂ ਨਹੀਂ ਹੁੰਦਾ। ਤੇ ਆਂਦੇ ਨੇ ਬੰਦਾ ਵੱਡਾ ਨਹੀਂ ਹੁੰਦਾ, ਬੰਦੇ ਦੀ ਸੋਚ ਕਮ ਅਜ਼ ਕਮ ਉਹਨੂੰ ਵੱਡਾ ਕਰਦੀ ਹੈ। ਤੇ ਸੋਚ ਵੱਡੀ ਰੱਖਣੀ ਚਾਹੀਦੀ ਹੈ। ਤੇ ਸੋਚ ਅਲਹਮਦੁਲਿਲਾ ਵੱਡੀ ਹੈ, ਹੋਏ ਨਾ ਹੋਏ ਇਹਦੇ ਨਾਲ ਮੈਨੂੰ ਕੋਈ ਗਰਜ਼ ਨਹੀਂ ਹੈ। ਤੇ ਇਰਾਦੇ ਮੇਰੇ ਬੜੇ ਪੁਰਾਣੇ ਨੇ। ਅੱਛਾ, ਕਰਨ ਚਾਹਨਾ ਤੇ ਆਪਣਾ ਇੰਨੀ ਮਖਲੂਕ ਹੈ ਸਾਡੇ ਕੋਲ ਵਾਹ ਵਾਹ ਕਰਨ ਵਾਲੀ। ਮੁਫਤੀ ਸਾਹਿਬ ਜ਼ਿੰਦਾਬਾਦ, ਮੁਫਤੀ ਸਾਹਿਬ ਜ਼ਿੰਦਾਬਾਦ, ਉਸਤਾਦ ਜੀ ਮੁਫਤੀ ਸਾਹਿਬ। ਹਾਂਜੀ, ਤੇ 200 ਬੰਦਾ ਰਲ ਕੇ ਨਾ, 250 ਬੰਦਾ ਰਲ ਕੇ ਓਵਰਸੀਜ਼ ਪਾਕਿਸਤਾਨੀ ਨੇ ਜਿਹੜੇ, ਤੇ ਉਹ ਆਰਾਮ ਨਾਲ ਸਾਨੂੰ ਅਗਲੇ ਦਿਨ ਕਹਿ ਲਓ ਜੀ ਐ ਜਾਓ ਜਗ੍ਹਾ ਲੈ ਲਓ। ਤੇ ਇਹਨਾਂ ਕੋਲੋਂ ਪੈਸੇ ਦਵਾ ਲਓ ਪੀਰਾਂ ਨੂੰ ਤੇ ਮਾਸ਼ਾਅੱਲਾ ਦਰਬਾਰਾਂ ਨੂੰ, ਤੇ ਜਿੰਨੇ ਮਰਜ਼ੀ ਭਾਜੀ ਮਹਿਫਲ ਕਰਵਾਉਣੀ ਹੈ ਜੀ। ਅਸੀਂ ਚੌਧਰੀ ਸਾਹਿਬ ਨੇ, ਫਲਾਂ ਚੌਧਰੀ ਸਾਹਿਬ ਨੇ ਜਨਾਬ ਹੈ ਮਹਿਫਲ ਦੇ ਵਿੱਚ ਹਿੱਸਾ ਪਾਇਆ 10 ਲੱਖ ਰੁਪਈਆ। ਵਾਹ ਜੀ ਵਾਹ। ਤੇ ਚੌਧਰੀ ਨੂੰ ਅਸਲ 'ਚ ਚਾਹੀਦਾ ਹੁੰਦਾ ਨਾ ਕਿ ਪਤਾ ਚੱਲੇ ਪੂਰੇ ਪਿੰਡ ਨੂੰ ਕਿ ਫਲਾਂ ਚੌਧਰੀ ਨੇ ਮਹਿਫਲ ਕਰਾਈ ਹੈ। ਕਿਉਂ ਬੀਬ ਚੌਧਰੀ ਬੀਬ? ਮੈਂ ਚੌਧਰੀ ਕੋਣੀ, ਮੈਂ ਮਸਕੀਨ ਜਿਹਾ ਬੰਦਾ ਨਹੀਂ, ਤੁਸੀਂ ਵੀ ਕਰਵਾਉਣੀ ਹੈ ਕੋਈ ਮਹਿਫਲ ਤੇ ਵੱਡਾ ਸਰ ਆਪਣਾ ਨਾਂ ਹੀ ਲਿਖਵਾਉਣਾ ਜੇ ਤੁਸੀਂ। ਲਿਖੋ ਇੱਥੇ ਮੇਰਾ ਨਾਂ ਲਿਖੋ ਪਹਿਲੇ। ਨਹੀਂ ਹਜ਼ੂਰ ਗੱਲ ਹੈ ਕਦੀ ਪੈਸੇ ਨਹੀਂ ਮੰਗੇ, ਜਿਹੜੀ ਗੱਲ ਹੈ ਅਸੀਂ ਮਹਿਫਲ ਕਰਾਉਂਦੇ ਹਾਂ ਉਹ ਆਪੇ ਸਰਕਾਰ ਦਾ ਸਿੱਕਾ ਹੋ ਜਾਂਦੀ, ਪੈਸੇ ਨਹੀਂ ਕਦੀ ਕਿਸੇ ਨੂੰ ਦੇ। ਮੈਂ ਤੁਹਾਨੂੰ ਮਜ਼ਾਕ ਕੀਤਾ ਹੈ, ਜਨਰਲੀ ਗੱਲ ਕੀਤੀ ਹੈ ਕਿ ਉਮੂਮੀ ਰੂਟੀਨ ਹੈ ਵੇ ਕਿ ਮਹਿਫਲਾਂ ਮੁਫਲਾਂ ਇਹਨਾਂ ਕੋਲ ਕਰਵਾ ਲਓ ਤੇ ਉੱਥੇ ਲੱਖਾਂ ਤੇ ਕਰੋੜਾਂ, ਅੱਜ ਦੇ ਦੌਰ ਤੇ ਕਰੋੜਾਂ। ਅੱਛਾ ਗੱਲ ਸੁਣ ਲਓ, ਇਹ ਜਿਹੜੇ ਮੌਲਵੀ ਸੱਦੇ ਹੋ ਜਾਂ ਜਿਹੜੇ ਨਾਤ ਖਾਂ ਸੱਦਦੇ ਹੋ, ਯਕੀਨ ਮੰਨ ਲੱਖ ਤੋਂ ਘੱਟ ਕੋਈ ਲੈਂਦਾ ਨਹੀਂ ਜੇ। ਤੇ ਇੱਕ ਅੱਧਾ ਘੰਟਾ ਇਹਨਾਂ ਨੇ ਬੋਲਣਾ ਹੁੰਦਾ ਹੈ ਤੇ ਉਹ ਲੱਖ ਰੁਪਇਆ ਉੱਗ ਗਿਆ ਹੀ। ਤੇ ਅਸੀਂ ਜਿਹੜਾ ਮਤਲਬ 5 ਘੰਟੇ ਇੱਥੇ ਬਹਿ ਕੇ ਇਹ ਡਿਬੇਟ ਤੇ ਮੁਨਾਜ਼ਰਾ ਕਰਦੇ ਰਹਿੰਦੇ, ਉਹਦਾ ਕੱਖ ਵੀ ਨਹੀਂ। ਇਹ ਜੇ ਕੌਮ ਦੇ ਹਾਲ ਅੱਲਾ ਦੀ ਕਸਮ ਹੈ। ਤੇ ਗੱਲ ਹੈ ਵੇ ਕਿ ਤੁਸੀਂ ਮਰ ਜਾਓ, ਤੁਸੀਂ ਉਹ ਰਲ ਕੇ ਕੋਈ ਮਦਰਸਾ ਹੀ ਬਣਵਾ ਦਿਓ ਜਿੱਥੇ ਮੁਨਾਜ਼ਰ ਤਿਆਰ ਹੋਣ। ਹੈ ਕੁੜੀਆਂ ਵੀ ਮੁਨਾਜ਼ਰ ਤਿਆਰ ਹੋਣਗੀਆਂ, ਮੁੰਡੇ ਵੀ ਤਿਆਰ ਹੋਣਗੇ। ਪੂਰੀ ਤਫਸੀਲ ਨਾਲ ਹਜ਼ੂਰ ਐਲਾਨ ਕੀਤਾ ਸੀ, ਪੂਰੀ ਹਜ਼ੂਰ ਤਫਸੀਲ ਨਾਲ ਐਲਾਨ ਕੀਤਾ ਸੀ ਕਿ ਜਿਹੜੇ ਕਾਦੀਆਨੀ ਮੁਸਲਿਮ ਹੁੰਦੇ ਨੇ ਔਰ ਨੋ ਮੁਸਲਿਮ ਹੋ ਜਾਂਦੇ ਨੇ, ਉਹਨਾਂ ਵਾਸਤੇ ਬੜੀਆਂ ਸਖਤੀਆਂ ਆ ਜਾਂਦੀਆਂ ਨੇ ਔਰ ਉਹਨਾਂ ਵਾਸਤੇ ਬਹੁਤ ਜ਼ਿਆਦਾ ਜਿਹੜਾ ਨਾ ਮੁਸ਼ਕਿਲਾਤ ਦਾ ਕੰਮ ਹੋ ਜਾਂਦਾ ਹੈ। ਔਰ ਇਸ ਮਕਸਦ ਲਈ ਖਾਤਰ, ਇਹ ਪਿਓਰ ਮਕਸਦ ਜਿਹੜਾ ਨਾ ਇਹ ਵੇ, ਔਰ ਮੁਫਤੀ ਸਾਹਿਬ ਉਹਨਾਂ ਨੂੰ ਕਮ ਅਜ਼ ਕਮ ਪਨਾਹ ਦੇਣ। ਮੁਫਤੀ ਸਾਹਿਬ ਦੇ ਜਿਹੜੇ ਮਦਰਸਾ ਬਣੇ ਉਹਦੇ 'ਚ ਇਹਨਾਂ ਦੀ ਹਿਫਾਜ਼ਤ ਹੋਵੇ। ਇਹ ਮੈਂ ਪੂਰੀ ਆਪਣਾ ਕੱਲ ਦੀ ਇਹ ਤੇ ਸ਼ੁਰੂ ਦਿਨ ਤੋਂ ਅਸੀਂ ਦੱਸਿਆ ਹੋਇਆ ਨਾ ਕਿ ਭਾਈ ਸਾਡਾ ਮਿਸ਼ਨ ਕੀ ਹੈ ਕਿ ਜਿਹੜੇ ਐਕਸ ਕਾਦੀਆਨੀ ਜਾਂ ਐਕਸ ਹਿੰਦੂਜ਼ ਜਾਂ ਐਕਸ ਕ੍ਰਿਸਚਨ
ਜਿਹੜੇ ਮੁਸਲਿਮ ਹੁੰਦੇ ਨੇ ਤੇ ਉਹਨਾਂ ਨੂੰ ਕਮ ਅਜ਼ ਕਮ ਤੁਸੀਂ ਪਹਿਲੇ ਤਾਲੀਮੋ ਤਰਬੀਅਤ ਕਰੋ, ਉਹਨਾਂ ਨੂੰ ਕੋਲ ਰੱਖੋ। ਔਰ ਵੈਸੇ ਵੀ ਉਹ ਜਦੋਂ ਮਜ਼ਹਬ ਚੋਂ ਨਿਕਲ ਕੇ ਆਉਂਦੇ ਨੇ ਨਾ ਜੀ, ਤੇ ਉਹ ਬਿਲਕੁਲ ਬੇਆਸਰਾ ਹੁੰਦੇ ਨੇ, ਉਹਨਾਂ ਨੂੰ ਇੱਕ ਸਹਾਰਾ ਮਿਲ ਜਾਏਗਾ। ਉਹ ਸਾਡੇ ਕੋਲ ਬਹਿਣ ਖਲੋਣ ਕੋਈ ਗੱਲ ਨਹੀਂ, ਬੱਚਿਆਂ ਸਮੇਤ ਆ ਜਾਣ ਕੋਈ ਗੱਲ ਨਹੀਂ, ਆਓ ਰਵੋ ਸਾਡੇ ਕੋਲ, ਅਸੀਂ ਤੁਹਾਨੂੰ ਪੜ੍ਹਾਉਂਦੇ ਵੀ ਆ ਤੇ ਖਵਾਉਂਦੇ ਵੀ ਆ। अच्छा मुफ्ती साहब, मैं एक अर्ज़ करना चाहना कि इजाज़त दे होते। हाँ जी हाँ जी। आई डोंट नो कि शायद इस तरह का कोई मामला होवे सही, मतलब सजेशन है कि जिस तरह तुहाडा मुजल्ला तुहाडा जारी हुंदा ना अल खातिम, ਉਹ ਕਿੱਥੇ ਜੀ ਬਾਬਾ ਜੀ, ਗਏ ਹੋਈ ਤੇ ਗੱਲਾਂ ਨੇ, ਸਾਡੀਆਂ ਕੰਪੇਨਾਂ ਸਾਰੀਆਂ ਰੁਕੀਆਂ ਨੇ, ਗੱਲਾਂ ਇੰਨੀਆਂ ਨੇ, ਮੁਜੱਲਾ ਸਾਡਾ ਬੰਦ ਹੋ ਗਿਆ ਏ, ਕਿਤਾਬਾਂ ਛਪਣ ਵਾਲੀਆਂ ਇੰਨੀਆਂ ਪਈਆਂ ਨੇ, ਕਿੱਧਰ ਜਾਈਏ, ਕੀ ਕਰੀਏ ਦੱਸੋ ਨਾ। ਹਾਂਜੀ मैं एक सारे दोस्त अब सुन रहे हैं, मैं एक मशवरा देना चाहना वा, ਤੁਸੀਂ ਬਲਕਿ ਉਹਨੂੰ ਬਿਹਤਰ ਤਰੀਕੇ ਨਾਲ ਫਿਰ ਉਹਨੂੰ ਮੋਡੀਫਾਈ ਵੀ ਕਰ ਸਕਦੇ ਹੋ ਕਿ ਇੱਕ ਤੁਸੀਂ ਕਮੇਟੀ ਬਣਾਓ, ਉਹਦੇ ਵਿੱਚ ਮੁਸਤਕਿਲ ਮੈਂਬਰ ਜਿਹੜੇ ਨੇ ਨਾ ਉਹ ਵਿੱਚ ਐਡ ਕਰੋ। ਮੈਂਬਰਸ਼ਿਪ ਉਹਨਾਂ ਦੀ ਹੋਵੇ ਮੰਥਲੀ ਬੇਸ ਦੇ ਉੱਤੇ ਜਾਂ ਵੀਕਲੀ ਜਾਂ ਜਿਸ ਤਰ੍ਹਾਂ ਵੀ ਕੋਈ ਆਸਾਨੀ ਨਾਲ ਕਰ ਸਕਦਾ। ਮੁਸਤਕਿਲ ਮੈਂਬਰ ਹੋਣ ਤੁਸੀਂ ਐਸੇ ਆਪਣੇ ਪਲੇਟਫਾਰਮ ਦੇ ਉੱਤੇ ਉਹ ਕਰੋ, ਉਹਨੂੰ ਰਜਿਸਟਰਡ ਕਰਵਾ ਕੇ ਉਹਦੇ ਵਿੱਚ ਜਿਹੜੇ ਮੈਂਬਰ ਨੇ ਨਾ ਉਹ ਖੁਦ ਵੀ ਪਾਰਟਿਸਿਪੇਟ ਕਰਨ। ਫਿਰ ਉਹ ਜਿਸ ਦੋਸਤ ਨੂੰ ਕਿਸੇ ਨੂੰ ਕਹਿ ਸਕਦੇ ਨੇ, ਕਿਉਂਕਿ ਇੱਕ ਤੇ 2 11 ਅਗਰ ਇਸ ਤਰ੍ਹਾਂ ਕਾਫੀ ਸਾਰੇ ਮੈਂਬਰ ਬਣ ਜਾਣਗੇ ਨਾ ਤਾਂ ਫਿਰ ਉਹ ਆਪਣਾ ਆਊਟਪੁੱਟ ਵੀ ਦੇਣਗੇ ਔਰ ਦਿਖਾਣਗੇ ਤਸਵੀਰਾਂ ਬਾਕਾਇਦਾ। ਤੁਸੀਂ ਨਸ਼ਰ ਕਰੋ ਆਪਣੇ ਚੈਨਲਸ ਦੇ ਉੱਤੇ, ਟਿਕਟੌਕ ਦੇ ਉੱਤੇ ਕਿ ਅਸੀਂ ਹੁਣ ਇਹ ਕਰ ਲਿਆ ਤਾਂ ਇੱਥੇ ਪਹੁੰਚੇ ਹਾਂ, ਤੇ ਅਵੇਅਰਨੈਸ ਹੋਏਗੀ। ਫਿਰ ਲੋਕਾਂ ਨੂੰ ਵੀ ਇੱਕ ਅਸਲ 'ਚ ਨਾ ਪਾਣੀ ਦਾ ਪਹਿਲਾ ਕਤਰਾ ਹੀ ਔਖਾ ਹੈ, ਜਦੋਂ ਆ ਗਏ ਫਿਰ ਜਦੋਂ ਲੋਕੀ ਦੇਖਣਾ ਸ਼ੁਰੂ ਕਰ ਦਿੰਦੇ, ਅਸੀਂ ਵੀ ਕਿਸੇ ਦੋਸਤ ਨੂੰ ਦਿਖਾਵਾਂਗੇ ਯਾਰ ਦੇਖੋ ਇੰਨਾ ਕੰਮ ਹੋ ਗਿਆ, ਇੰਨਾ ਰਹਿੰਦਾ, ਫਿਰ ਉਹ ਵੀ ਇੰਟਰਸਟ ਲੈਂਦੇ ਨੇ। ਇਸ ਤਰ੍ਹਾਂ ਕਾਫੀ ਸਾਰੇ ਦੋਸਤ ਇੱਥੇ ਕਰਦੇ ਨੇ, ਉਹ ਜਦੋਂ ਸਾਨੂੰ ਦਿਖਾਉਂਦੇ ਨੇ ਯਾਰ ਇਹ ਹੋ ਗਿਆ, ਇਹ ਰਹਿ ਗਿਆ, ਉਹ ਫਿਰ ਉਹ ਜ਼ਾਹਰੀ ਗੱਲ ਹੈ ਫਿਰ ਦੇਖਦਾ ਬੰਦਾ ਕਿ ਚਲੋ ਯਾਰ ਅਸੀਂ ਵੀ ਥੋੜ੍ਹਾ। ਤੇ ਅਗਰ ਇਸ ਤਰ੍ਹਾਂ ਦਾ ਕੋਈ ਤੁਸੀਂ ਕਮੇਟੀ ਬਣਾ ਲਓ, ਉਹਨੂੰ ਬਾਕਾਇਦਾ ਰਜਿਸਟਰਡ ਕਰਵਾਇਆ ਜਾਏ, ਉਹਦੇ 'ਚ ਮੁਸਤਕਿਲ ਮੈਂਬਰ ਪੂਰੇ ਵਰਲਡ ਦੇ ਵਿੱਚ ਜਿਹੜੇ ਐਡ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਐਡ ਕਰਕੇ ਔਰ ਉਹਨਾਂ ਦੀ ਮੈਂਬਰਸ਼ਿਪ ਆਉਂਦੀ ਰਹੇ, ਕਿ ਮੇਰੇ ਖਿਆਲ ਕਾਫੀ ਸਾਰੇ ਕੰਮ ਹੋ ਜਾਣਗੇ ਉਹਦੇ ਨਾਲ। ਗੁਜ਼ਾਰਿਸ਼ ਹੈ ਕਿ ਇਹ ਸਾਰੇ ਕੰਮ ਯੂਸਫੀ ਸਾਹਿਬ ਅਸੀਂ ਅੱਜ ਦੇ ਤੇ ਨਹੀਂ ਹੈ, ਪੁਰਾਣੇ ਆ, ਤੇ ਇਹ ਕਰਕੇ ਛੱਡੇ ਨੇ, ਤੇ ਇਹਦੇ ਤੇ ਸੋਚੋ ਵਿਚਾਰ ਤੇ ਮੁਸ਼ਾਵਰਤ ਤੇ ਬੜੇ ਰੋਲੇ ਹੋਏ ਨੇ। ਇਹ ਜਿਹੜੀ ਗੱਲ ਹੈ ਨਾ ਕਿ ਇੱਕ ਬਕਾਇਦਾ ਕਮੇਟੀ ਤੇ ਫਿਰ ਉਹਦੇ ਉੱਤੇ ਉਹਨੂੰ ਰਜਿਸਟ੍ਰੇਸ਼ਨ, ਇਹ ਪਾਕਿਸਤਾਨ 'ਚ ਬੜਾ ਮੁਸ਼ਕਲ ਹੋਇਆ ਅਜੇ। ਤੁਸੀਂ ਕਰਾ ਸਕਦੇ ਹੋ ਤਾਂ ਕਰਾ ਦਿਓ। ਸਰ ਮੈਂ ਤੁਹਾਨੂੰ WhatsApp ਦੇ ਉੱਤੇ ਨਾ ਇੱਕ ਨੰਬਰ ਸੈਂਡ ਕਰਾਂਗਾ, ਤੇ ਉਸ ਮੈਂ ਉਹਦੇ ਨਾਲ ਗੱਲ ਬਲਕਿ ਮੈਂ WhatsApp 'ਤੇ ਤੁਹਾਡੇ ਨਾਲ ਗੱਲ ਵੀ ਕਰ ਲਾਂਗਾ, ਉਹ ਤੁਹਾਨੂੰ ਰਜਿਸਟਰਡ ਵੀ ਕਰਵਾ ਦੇਗਾ। ਤੁਸੀਂ ਮੈਂਬਰ ਦੇਣੇ ਨੇ, ਉਹਦਾ ਪੂਰਾ ਇੱਕ ਸਟਰਕਚਰ ਦੇਣਾ ਹੈ, ਉਹਦੇ ਸਰਪ੍ਰਸਤੀ ਆਲਾ ਤੁਸੀਂ ਜਿਹਨੂੰ ਵੀ ਤੁਸੀਂ ਖੁਦ ਹੋ ਜਾਂ ਜੋ ਵੀ ਜਿਸ ਤਰ੍ਹਾਂ ਤੁਸੀਂ ਮੁਨਾਸਿਬ ਸਮਝੋਗੇ। ਮੈਂ ਜ਼ਾਤੀ ਤੌਰ ਬਾਕੀ ਦੋਸਤਾਂ ਦਾ ਤਾਂ ਆਪਣਾ ਹੋਏਗਾ, ਮੈਂ ਜ਼ਾਤੀ ਤੌਰ 'ਤੇ ਤੁਹਾਡੇ ਹਰ ਕਲਾਮ ਦੇ 'ਤੇ ਆਮੀਨ ਕਹਾਂਗਾ, ਲੱਬੈਕ ਕਹਾਂਗਾ। ਤੁਸੀਂ ਉਹਨੂੰ ਬਣਾ ਲਓ, ਇੱਕ ਸਟਰਕਚਰ ਬਣਾ ਲਵੋ ਕਿ ਉਹਦਾ ਸਦਰ ਕਿੰਨੇ ਹੋਣਾ ਹੈ, ਨਾਇਬ ਸਦਰ ਹੈ, ਬਾਕੀ ਕੁਛ 7 ਮੁਸਤਕਿਲ ਮੈਂਬਰ ਨੇ ਜਾਂ 5 ਮੁਸਤਕਿਲ ਮੈਂਬਰ ਜਿਹੜੇ ਹੁੰਦੇ ਨੇ ਉਹ ਨੇ, ਫਿਰ ਬਾਕੀ ਕੁਛ ਜਿਹੜਾ ਨਾ ਉਹ ਬਾਕੀ ਜਿੰਨੇ ਮੇਰੇ ਜੀ ਮੈਂਬਰ ਬਣਾਉਂਦੇ ਰਹੋ, ਉਹਦਾ ਪੂਰਾ ਇੱਕ ਤੁਸੀਂ ਬਣਾ ਲਵੋ। ਔਰ ਬਣਾਉਣ ਤੋਂ ਬਾਅਦ ਮੈਂ ਇੱਕ WhatsApp ਨੰਬਰ ਦੇਣਾ ਵਾ, ਉਹ ਅੱਜ ਹੀ ਮੈਂ ਗੱਲ ਕਰਵਾ ਸਕਦਾ ਸਾਂ। ਇਹ ਹੁਣੇ ਥੋੜ੍ਹੀ ਦੇਰ ਪਹਿਲੇ ਨਾ ਉਹ ਭਾਈ ਦੇ ਵੱਡੇ ਭਰਾ ਦਾ ਇੰਤਕਾਲ ਹੋਇਆ, ਉਹਨਾਂ ਦਾ ਮੈਸੇਜ ਆਇਆ ਸੀ, ਤੇ ਉਹ ਤੁਹਾਨੂੰ ਇਸ ਹਵਾਲੇ ਨਾਲ ਮਦਦ ਕਰਨਗੇ, ਤੁਹਾਡੀ ਰਜਿਸਟ੍ਰੇਸ਼ਨ ਵੀ ਹੋ ਜਾਏਗੀ, ਬਾਕੀ ਜਿਹੜਾ ਨਾ ਇਨਸ਼ਾਅੱਲਾ ਫਰਦਰ ਜਿਹੜਾ ਨਾ ਕੰਮ ਸਮੂਥਲੀ ਮਤਲਬ ਇੱਕ ਡਾਕੂਮੈਂਟੇਸ਼ਨ ਹੋ ਜਾਏਗੀ, ਉੱਥੇ ਜਮ੍ਹਾਂ ਕਰਵਾ ਦੇਣਗੇ। ਜਿਹੜਾ ਗਵਰਨਮੈਂਟ ਦਾ ਪ੍ਰੋਸੀਜਰ ਹੈ ਨਾ ਉਹ ਸਟੈਪ ਬਾਈ ਸਟੈਪ ਜਿਸ ਤਰ੍ਹਾਂ ਚੱਲਦਾ ਉਹ ਚੱਲਦੇ ਰਹਿਣਗੇ, ਉਹ ਪੂਰੀ ਤੁਹਾਨੂੰ ਸਪੋਰਟ ਕਰਨਗੇ। ਇੱਕ ਬੰਦਾ ਸਿਰਫ ਉਹਨਾਂ ਨੂੰ ਇਹ ਦੇ ਦੇਣਾ ਕਿ ਜਿਹੜਾ ਬੰਦਾ ਉਹਨਾਂ ਦੇ ਨਾਲ ਟੱਚ ਰਵੇ, ਉਹ ਜਦੋਂ ਕਹਿਣਗੇ ਫਲਾਂ ਬੰਦੇ ਨੂੰ ਫਲਾਂ ਜਗ੍ਹਾ 'ਤੇ ਮਿਲ ਲਓ, ਜਾਂ ਉਹ ਸਟੈਪ ਬਾਈ ਸਟੈਪ ਇਨਸ਼ਾਅੱਲਾ ਉਹ ਤੁਹਾਡਾ ਕੰਮ ਜਿਹੜਾ ਨਾ ਉਹ ਕਰਵਾ ਦੇਣਗੇ। ਅੱਛਾ, ਤੇ ਉਹਦੇ ਸਾਰੇ ਅਖਰਾਜਾਤ ਸਾਰੇ ਤੁਸੀਂ ਖੁਦ ਅਫੋਰਡ ਕਰੋਗੇ ਜੋ ਵੀ ਹੋਣ? ਜੀ ਮੈਂ ਕਰ ਲਾਂਗਾ ਇਨਸ਼ਾਅੱਲਾ। ਠੀਕ ਹੋ ਗਿਆ ਨਾ, ਇੱਕ ਤਰੀਕਾ ਕਾਰ ਹੈ ਨਾ ਜੀ, ਤੇ ਇਹ ਨਾ ਹੋਵੇ ਕਿ ਉਹ ਅਸੀਂ ਕਿਸੇ ਹੋਰ ਚੱਕਰ 'ਚ ਪੈ ਜਾਈਏ ਤੇ ਉਹ ਬਾਅਦ ਚੋਂ ਇੱਕ ਹੋਰ ਹੀ ਕੰਮ ਹੋਇਆ ਹੋਏ। ਤੇ ਠੀਕ ਹੋ ਗਿਆ, ਤੁਸੀਂ WhatsApp ਤੇ ਮੇਰੇ ਨਾਲ ਰਾਬਤਾ ਕਰਿਆ ਜੇ, ਤੇ ਇਨਸ਼ਾਅੱਲਾ ਹੋਰ ਉਹਦਾ ਕੋਈ ਨਹੀਂ, ਕੋਈ ਐਡਾ ਨਹੀਂ ਉਹਦੀ ਕੁਝ ਫੀਸਾਂ ਨਹੀਂ। ਦੂਸਰੀ ਬਾਤ ਹੈ ਵੇ ਕਿ ਫਿਰ ਦੂਸਰੀ ਬਾਤ ਹੈ ਵੇ ਕਿ ਮੈਂ ਇੱਕ ਥੋੜਾ ਜਿਹਾ ਮਿਊਟ ਕਰਿਆ ਜੇ, ਸ਼ੋਰ ਆ ਰਿਹਾ।
दूसरी बात है वे कि ਇਹਦਾ ਨਾਮ ਹੈ ਇਹ ਜਿਹੜੀ ਹੈ ਨਾ ਮੰਥਲੀ, ਇਹ ਵੀ ਮੈਂ ਬੜੀ ਯਾਰੀ ਕੋਸ਼ਿਸ਼ ਕੀਤੀ, ਬੜੀਆਂ ਮੰਥਲੀਆਂ ਤੇ ਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਯਕੀਨ ਮੰਨੋ ਮੈਂ ਕਾਮਯਾਬ ਨਹੀਂ ਹੋਇਆ। ਮੈਂ ਤੁਹਾਨੂੰ ਦੱਸਾਂ ਕਿ ਮੁਜੱਲਾ ਲਖਾਤਮ ਕੱਢਿਆ ਹੈ, ਮੈਂ ਅਸਲ 'ਚ ਆਨਲਾਈਨ ਟੀਚਿੰਗ ਕਰਨਾ ਵਾ ਨਾ, ਤੇ ਉਹਦੀ ਫੀਸ ਲੈਣਾ ਵਾ, ਤੇ ਬੜੀ ਪੁਰਾਣੀ ਗੱਲ ਹੈ ਕਿ ਉਹ ਫੀਸਾਂ ਬੱਚਿਆਂ ਦੀਆਂ ਮੈਂ 6 ਮਹੀਨੇ ਦੀਆਂ ਇਕੱਠੀਆਂ ਕੀਤੀਆਂ, ਪਤਾ ਨਹੀਂ 6 ਮਹੀਨੇ ਦੀ ਸੀ ਜਾਂ ਸਾਲ ਦੀ ਸੀ, ਤੇ ਉਹ ਵਾਹਵਾ ਅਮਾਊਂਟ ਨਾ ਮੇਰੇ ਕੋਲ ਮਾਸ਼ਾਅੱਲਾ ਇਕੱਠੀ ਹੋ ਗਈ। ਮੈਂ ਨਾ ਰਿਸਾਲਾ ਸ਼ੁਰੂ ਕਰਤਾ ਆਪਣੀ ਜੇਬ ਚੋਂ ਖੁਦ ਹੀ। ਅੱਛਾ, ਰਿਸਾਲਾ ਕਿੰਜ ਦਾ ਹੁੰਦਾ ਹੈ? ਰਿਸਾਲੇ ਦੀ ਮੁਕੰਮਲ ਟਾਈਪਿੰਗ ਮੈਂ ਖੁਦ ਕਰਨੀ ਹੁੰਦੀ ਹੈ, ਉਹਦੀ ਸਾਈਡਾਂ ਦੇ ਗ੍ਰਾਫਿਕਸ ਡਿਜ਼ਾਈਨਿੰਗ ਵੀ ਮੈਂ ਖੁਦ ਕਰਨੀ ਹੈ। ਸਿਰਫ ਉਹਦੀ ਫਾਈਲ ਜਿਹੜੀ ਹੈ ਨਾ ਇਹ ਪ੍ਰਿੰਟਿੰਗ ਪ੍ਰੈਸ 'ਚ ਜਾਂਦੀ ਹੈ ਬਸ। ਉਹਦੀ ਪ੍ਰੂਫ ਰੀਡਿੰਗ, ਉਹਦੀ ਸਭ ਮਾਮਲਾ ਤਾਂ ਮੈਂ ਖੁਦ ਜ਼ਾਤੀ ਤੌਰ 'ਤੇ ਕਰਨਾ ਹੁੰਦਾ, ਹੱਤਾ ਕਿ ਉਹਦੀ ਜਿਹੜੀ ਤਰਸੀਲ ਹੈ ਉਹ ਵੀ ਮੈਂ ਖੁਦ ਕਰਨੀ, ਕਲਮ ਕੱਲਾ ਇੱਕ ਰਸਾਲਾ ਜਿਹੜਾ ਪੈਕ ਕਰਨਾ ਹੈ, ਉਹ ਜਿਹੜੇ ਬੰਦੇ ਨੇ ਫਿਰ ਕਿਹਾ ਉਹਦੇ ਐਡਰੈਸ 'ਤੇ ਭੇਜਣਾ ਹੈ। ਫਿਰ ਤੁਹਾਨੂੰ ਮੈਂ ਦੱਸਾਂ ਇੱਕ ਹੋਰ ਗੱਲ, ਪਹਿਲਾਂ ਜਿਹੜੇ ਅਸੀਂ ਸ਼ੁਮਾਰੇ ਕੱਢੇ ਸਨ ਨਾ ਅਲ ਖਾਤਮ ਦੇ, ਤੇ ਬਾਹਰ ਦੇ ਮੁਲਕਾਂ ਤੱਕ ਮੈਨੂੰ ਉਹਨਾਂ ਲੋਕਾਂ ਨੇ ਕਿਹਾ ਜੀ ਸ਼ਾਹ ਜੀ ਸਾਡੇ ਕੋਲ ਭੇਜੋ, ਕੋਈ ਜਰਮਨੀ ਕੈਨੇਡਾ ਇੱਧਰ ਉੱਧਰ ਕੋਈ ਕਹਿ ਰਿਹਾ। ਯਕੀਨ ਮੰਨਿਓ ਇੱਕ ਰਸਾਲਾ ਅਗਰ ਉਹ ਫਰਜ਼ ਕਰ ਲਓ 50 ਰੁਪਏ ਦਾ ਹੈ ਨਾ, ਤੇ ਉਹਦੇ ਭੇਜਣ ਦੇ ਜਿਹੜਾ ਖਰਚਾ ਹੈ ਨਾ ਉਹ 2 ਜੇਬੋਂ ਲਾਇਆ। ਤੇ ਯਕੀਨ ਮੰਨਿਓ ਮੈਂ ਸੱਚੀ ਗੱਲ ਕਹਿ ਰਿਹਾ, ਜੇ ਅਗਰ ਮੇਰੀ ਗੱਲ ਤੇ ਯਕੀਨ ਕਰ ਸਕਦੇ ਹੋ ਤੇ ਕਰ ਲਓ। ਉਹ ਜਿਹਦੇ ਕੋਲ ਭੇਜਿਆ ਨਾ ਉਹਨੇ ਵਿਚਾਰੇ ਨੇ ਪੁੱਛਿਆ ਤੱਕ ਵੀ ਨਹੀਂ ਸ਼ਾਹ ਜੀ ਕਿੰਨਾ ਖਰਚਾ ਆਇਆ, ਸਿਰਫ ਮੈਨੂੰ ਪਤਾ ਸੈਂਡ ਕਰ ਦਿੰਦੇ ਰਹੇ ਨੇ ਕਿ ਸ਼ਾਹ ਜੀ ਇਸ ਪਤੇ ਤੇ ਭੇਜ ਦਿਓ। ਇੰਜ ਦੇ ਹਾਲਾਤ ਨੇ ਸਾਡੇ, ਤੇ ਸਾਡੇ ਰਸਾਲੇ ਕਿਤਾਬਾਂ ਹਰ ਚੀਜ਼ ਫ੍ਰੀ ਤਕਸੀਮ ਹੁੰਦੀ ਹੈ, ਅਸੀਂ ਪੈਸੇ ਕੋਈ ਨਹੀਂ ਵਸੂਲ ਕਰਦੇ ਨਾ। ਤੇ ਉਹ ਗਏ ਪੈਸੇ ਮੁੱਕ ਤੇ ਇੱਧਰੋਂ ਰਸਾਲਾ ਵੀ ਠੱਪ, ਚਲੋ ਜੀ। ਫਿਰ ਮਸਾਂ ਮਾਰ ਕੇ ਕੋਈ ਸਾਲ ਡੇਢ ਤੋਂ ਬਾਅਦ ਸ਼ਾਇਦ ਫਿਰ ਸ਼ੁਰੂ ਕੀਤਾ, ਫਿਰ ਰੌਲਾ ਹੋਈ। ਮੈਂ ਨਾ ਮੰਥਲੀਆਂ ਲਾਈਆਂ 10-10 ਹਜ਼ਾਰ ਦੀਆਂ, ਤੇ ਕੋਈ 5000 ਸੀ, ਕੋਈ 10,000 ਸੀ। ਯਕੀਨ ਮੰਨਿਓ ਉਹ ਜ਼ਿਆਦਾ ਦੇਰ ਨਹੀਂ ਚੱਲ ਸਕੇ ਨਾ, ਕੋਈ 2 ਮਹੀਨੇ ਚੱਲਿਆ ਜੇ, ਕੋਈ 3 ਮਹੀਨੇ ਚੱਲਿਆ ਤੇ ਕੋਈ 4 ਮਹੀਨੇ ਬਸ ਜੀ। ਇੰਜ ਦੇ ਹਿਸਾਬ ਨੇ ਬੰਦਾ ਕੀ ਕਰੇ ਯਾਰ। ਹਾਂਜੀ, ਕੋਈ ਬੰਦਾ ਜਿਹੜਾ ਭੁਗਤ ਰਿਹਾ ਹੁੰਦਾ ਨਾ ਉਹਨੂੰ ਪਤਾ ਹੁੰਦਾ। ਸਾਈਡਾਂ ਦੇ ਬੰਦੇ ਮਸ਼ਵਰੇ ਦੇਣੇ ਆਸਾਨ ਹੁੰਦੇ ਨੇ, ਅਗਲੇ ਮਾਮਲਾਤ ਕੀ ਉਹਨੂੰ ਹੈਂਡਲ ਕਿੰਜ ਕਰਨਾ ਉਹ ਬੜਾ ਮੁਸ਼ਕਲ। ਮੈਨੇਜਮੈਂਟ ਤੇ ਬਹਰਹਾਲ ਵੇਖਦੇ ਆ ਕੀ ਬਣਦਾ। ਅੱਲਾ ਰਸੂਲ ਦੇ ਕੰਮ ਨੇ, ਹਜੇ ਤੱਕ ਉਹ ਖੁਦ ਹੀ ਕਰ ਰਹੇ ਸਨ, ਅੱਗੋਂ ਵੀ ਕਰਦੇ ਰਹਿਣਗੇ ਇਨਸ਼ਾਅੱਲਾ, ਜੇ ਉਹਨਾਂ ਨੂੰ ਮਨਜ਼ੂਰ ਹੋਇਆ ਤੇ। ਨਾ ਮਨਜ਼ੂਰ ਹੋਇਆ ਤੇ नहीं होएगा। अगरचे बुत है जमात की आस्तीनों में, मुझे है हुक्म अज़ां ला इलाहा इल्लल्लाह। बस जी गल कर लो। ਅਸਲ 'ਚ ਨਾ ਪ੍ਰੋਬਲਮ ਜੋ ਮੈਨੂੰ ਸਮਝ ਆਇਆ ਨਾ ਕਿ ਜਦੋਂ 1 ਮੈਨ ਸ਼ੋਅ ਚੱਲਦਾ ਹੈ ਨਾ ਤੇ ਉਹਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਬਲਮਸ ਆਉਂਦੇ, ਇਨਸਾਨ ਇੰਨਾ ਤੇ ਥੱਕ ਜਾਂਦਾ ਹੈ। ਤੇ ਅਗਰ ਤੁਸੀਂ ਇਕੱਲੇ ਹੀ ਸਾਰਾ ਕੁਝ ਕਰੋਗੇ ਨਾ ਤੇ ਜ਼ਾਹਿਰੀ ਗੱਲ ਹੈ ਕਿ ਉਹ ਬਰਡਨ ਹੈ। ਮੇਰਾ ਇਹਦੇ ਵਾਸਤੇ ਇੱਕ ਟੀਮ ਦੀ ਜ਼ਰੂਰਤ ਹੈ, ਜਿਹੜੇ ਮੁਖਲਸ ਦੋਸਤ ਨੇ ਜਿਹੜੇ ਤੁਹਾਡੇ ਨਾਲ ਮਤਲਬ ਰਾਬਤੇ 'ਚ ਰਹਿ ਸਕਣ, ਇਵਨ ਲਾਈਕ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਨੇ, ਉਹ ਤੁਹਾਨੂੰ ਬੰਦਿਆਂ ਦੀ ਸਪੋਰਟ ਦੀ ਵੀ ਜ਼ਰੂਰਤ ਹੈ ਐਕਚੁਅਲੀ। ਤੇ ਫਾਈਨੈਂਸ਼ਲੀ ਤੇ ਆਫ ਕੋਰਸ ਹੈ ਹੀ ਹੈ, ਬਗੈਰ ਪੈਸਿਆਂ ਤੋਂ ਕੁਛ ਵੀ ਨਹੀਂ ਇੱਥੇ ਹੋਣਾ ਨਾ ਹੁੰਦਾ। ਤੇ ਮਤਲਬ ਅਗਰ 2-4 ਜਿਹੜੇ ਕੰਮ ਨੇ ਉਹ ਬੰਦੇ ਡਿਵਾਈਡ ਕਰ ਲੈਣ
ਇੱਕ ਮਤਲਬ ਕਮੇਟੀ ਬਣਾ ਕੇ ਇੱਕ ਦਫਾ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ, ਤੁਸੀਂ ਪ੍ਰੈਕਟਿਸ ਕਰ ਚੁੱਕੇ ਹੋ, ਉਹਦੇ ਵਿੱਚ ਕਾਫੀ ਸਾਰੀ ਪ੍ਰੋਬਲਮਸ ਆਈਆਂ, ਇੱਕ ਵਾਰੀ ਫੇਰ ਟਰਾਈ ਕਰ ਲੈਂਦੇ ਆ, ਅੱਲਾ ਬਿਹਤਰ ਕਰੇਗਾ, ਕੁਛ ਨਾ ਕੁਛ ਤੇ ਰਿਜ਼ਲਟ ਨਿਕਲੇਗਾ ਇਨਸ਼ਾਅੱਲਾ। ਇੱਕ ਤੁਸੀਂ ਕਮੇਟੀ ਮੁਫਤੀ ਬਣਾਓ, ਸਾਹਿਬ ਬਣਾਉਣ ਤੋਂ ਮੈਂ ਬਾਅਦ ਇੱਕ अर्ज कर दूं। ਜੀ ਜੀ ਅੱਛਾ ਯੂਸਫੀ ਭਾਈ, ਅਸਲ ਤੇ ਨਾ ਇਹ ਜਿਹੜਾ ਵਕਤ ਜਾ ਰਿਹਾ ਨਾ, ਇਹਦੇ ਵਿੱਚ ਪਾਕਿਸਤਾਨੀ ਜਿਹੜੇ ਨੇ ਨਾ ਉਹਨਾਂ ਦਾ ਅਹਿਮ ਕਿਰਦਾਰ ਨਹੀਂ, ਅਸਰ ਕਿਰਦਾਰ ਹੈ ਸਾਡੇ, ਠੀਕ ਹੈ। ਇਸ ਕੰਮ ਵਾਸਤੇ, ਇਸ ਮਿਸ਼ਨ ਵਾਸਤੇ ਬਹੁਤ ਜ਼ਿਆਦਾ ਫੰਡ ਦੀ ਜ਼ਰੂਰਤ ਹੈ, ਬਹੁਤ ਜ਼ਿਆਦਾ, ਤੁਸੀਂ ਸੋਚ ਵੀ ਨਹੀਂ ਸਕਦੇ। ਮੁਫਤੀ ਸਾਹਿਬ ਨੇ ਤੇ ਬਹੁਤ ਜੋ ਦੱਸਿਆ ਨਾ, ਉਹ ਆਪਣਾ ਯਾਨੀ ਕਿ ਬਹੁਤ ਕੁਝ ਉਹਨਾਂ ਨੇ ਆਪਣਾ ਇਨਵੋਲਵ ਕਰਕੇ ਤੇ ਫਿਰ ਤੁਹਾਨੂੰ ਇਹ ਮਿਕਦਾਰ ਦਸੀਏ। ਅਸਲ ਤੇ ਬਿਹਾਈਂਡ ਦਾ ਕਰਟਨ ਇਸ ਤੋਂ ਵੀ ਵੱਡਾ ਮਿਸ਼ਨ ਹੋ ਸਕਦਾ, ਇਸ ਤੋਂ ਛੋਟਾ ਨਹੀਂ ਹੋ ਸਕਦਾ, ਜਿੱਥੇ ਤੱਕ ਮੇਰਾ ਅੰਦਾਜ਼ਾ ਹੈ। ਤੇ ਅਲਹਮਦੁਲਿਲਾ ਟੀਮ ਬਣਾਈ ਹੋਈ ਏ, ਓਵਰਸੀਜ਼ ਪਾਕਿਸਤਾਨੀਆਂ ਦਾ ਇਹਦੇ ਵਿੱਚ ਕਿਰਦਾਰ ਹੋਣਾ ਬਹੁਤ ਜ਼ਰੂਰੀ ਹੈ। ਮੋਸਟਲੀ ਜਿੰਨੇ ਹੋ ਸਕਦੇ ਨੇ, ਜਿੰਨੇ ਵੀ ਰੱਦੇ ਕਾਦੀਆਨੀਅਤ ਨੂੰ ਦੇਖ ਕੇ ਪਸੰਦ ਕਰਦੇ ਨੇ ਜਿਹੜੇ ਓਵਰਸੀਜ਼ ਭਾਈ ਨੇ, ਮੈਂ ਉਹਨਾਂ ਕੋਲ ਹੰਬਲੀ ਰਿਕੁਐਸਟ ਕਰਾਂਗਾ ਔਰ ਜਿਹੜੇ ਵੀ ਭਾਈ ਰੱਦੇ ਕਾਦੀਆਨੀਅਤ ਪਰ ਕੰਮ ਕਰ ਰਹੇ ਨੇ, ਖਤਮੇ ਨਬੂਵਤ ਤੇ ਕੰਮ ਕਰ ਰਹੇ ਨੇ, ਉਹਨਾਂ ਵਾਸਤੇ ਹੰਬਲੀ ਰਿਕੁਐਸਟ ਕਰਾਂਗਾ ਕਿ ਉਹ ਇਸ ਮਿਸ਼ਨ ਦੇ ਵਿੱਚ ਇੱਕ ਮੁਸਤਕਿਲ ਮਿਜ਼ਾਜੀ ਦੇ ਨਾਲ ਹਿੱਸਾ ਲੈਣ, ਬੜ ਚੜ੍ਹ ਕੇ ਹਿੱਸਾ ਲੈਣ, ਔਰ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹ ਬਹੁਤ ਨੁਮਾਇਆਂ ਕਿਰਦਾਰ ਹੈ। ਉਹਨਾਂ ਵਾਸਤੇ ਉਹ ਚੀਜ਼ਾਂ ਕੁਛ ਨਹੀਂ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਉਹ ਕਿੱਡਾ ਵੱਡਾ ਕੰਮ ਕਰ ਰਹੇ ਨੇ। ਤੇ ਦੂਸਰੀ ਗੱਲ ਇਹ ਵੇ ਕਿ ਅਸੀਂ ਬਕਾਇਦਾ ਇੱਕ WhatsApp ਗਰੁੱਪ ਵੀ ਬਣਾਇਆ ਹੈ ਤੇ ਅਸੀਂ ਉਹਦੇ ਵਿੱਚ ਬਿਹਾਈਂਡ ਦਾ ਕਰਟਨ ਕਰ ਰਹੇ ਹਾਂ। ਅਲਹਮਦੁਲਿਲਾ ਸਟਾਰਟ ਕੀਤਾ ਹਜੇ ਲਿਟਰਲੀ ਤਕਰੀਬਨ ਕੋਈ 15-20 ਦਿਨ ਹੋਏ ਨੇ। ਹਬੀਬ ਸਾਹਿਬ ਵੀ ਉਹਦੇ ਵਿੱਚ ਐਡ ਨੇ, ਔਰ ਸਾਡਾ ਅਲਹਮਦੁਲਿਲਾ ਮਿਸ਼ਨ ਵੀ ਸਿਰਫ ਇਹ ਹੀ ਹੈ ਕਿ ਅਸੀਂ ਖਤਮੇ ਨਬੂਵਤ ਵਾਸਤੇ ਜਿੰਨਾ ਹੋ ਸਕਦਾ ਹੈ ਪਾਰਟਿਸਿਪੇਟ ਕਰੀਏ, ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਇਹਦੇ ਵਿੱਚ ਸਿਰਫ ਸਾਡੀ ਨਹੀਂ ਤਰਬੀਅਤ ਹੋਣੀ, ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਵੇ ਨਾ, ਉਹਨਾਂ ਦੀ ਵੀ ਤਰਬੀਅਤ ਹੋਣੀ ਹੈ। ਕੱਲ੍ਹ ਨੂੰ ਜਿੱਦਾਂ ਹੁਣ ਫਿਤਨਾ ਉੱਠਿਆ ਹੈ ਜੇਲਮੀ ਛੋਕਰੇ ਦਾ, ਇਹ ਵੀ ਹੁਣ ਦੇਖੋ ਕਿੱਦਾਂ ਤਵੀਲਾਂ ਕਰ ਰਿਹਾ, ਕੀ ਕੁਛ ਕਰ ਰਿਹਾ, ਕੀ ਨਹੀਂ ਕਰ ਰਿਹਾ। ਜਿਹੜਾ ਕਾਲਜ 'ਚ ਪੜ੍ਹਨ ਵਾਲਾ ਬੱਚਾ ਹੈ, ਜਿਹਨੂੰ ਪਤਾ ਹੀ ਨਹੀਂ ਦੀਨ ਕੀ ਹੈ ਕੀ ਨਹੀਂ ਹੈ, ਉਹ ਗੱਲ ਬਸ ਸੁਣ ਕੇ ਤੇ ਉਹ ਚਲੇ ਜਾਂਦਾ। ਇਸ ਕੰਮ ਵਾਸਤੇ ਵੀ ਮੁਫਤੀ ਸਾਹਿਬ ਨੇ ਬਹੁਤ ਸਾਰੀਆਂ ਕੁਤਬ ਦਾ ਮਿਸ਼ਨ ਜਿਹੜਾ ਨਾ ਉਹ ਸਟਾਰਟ ਕੀਤਾ ਹੈ। ਤੇ ਸਿਰਫ ਔਰ ਸਿਰਫ ਸਾਡੇ ਓਵਰਸੀਜ਼ ਪਾਕਿਸਤਾਨੀਆਂ ਅੱਗੇ ਮੈਂ ਹੰਬਲੀ ਰਿਕੁਐਸਟ ਕਰਾਂਗਾ, ਉਹ ਬੜ ਚੜ੍ਹ ਕੇ ਇਹਦੇ ਵਿੱਚ ਹਿੱਸਾ ਲੈਣ। ਸਾਡਾ WhatsApp ਗਰੁੱਪ ਜਿਹੜਾ ਵੇ ਉਹ ਬਣ ਚੁੱਕਿਆ ਹੈ, ਔਰ ਉਹਦੇ ਵਿੱਚ ਜਿਹੜੇ ਮੁਸਤਕਿਲ ਬੰਦੇ ਨੇ ਨਾ, ਮੁਸਤਕਿਲ ਜਿਨ੍ਹਾਂ ਨੇ ਹਰ ਮੰਥ ਦਾ ਇਹ ਇੱਕ ਕ੍ਰਾਈਟੇਰੀਆ ਰੱਖਣਾ ਹੈ ਕਿ ਯਾਰ ਅਸੀਂ ਹਰ ਮੰਥ ਦੇਣਾ ਹੈ, ਕੁਛ ਨਾ ਕੁਛ ਅਸੀਂ ਪਾਰਟਿਸਿਪੇਟ ਕਰਨਾ ਹੈ, ਠੀਕ ਹੈ ਨਾ। ਉਹ ਗਰੁੱਪ ਸਾਡੇ ਕੋਲ ਬਣਿਆ ਹੋਇਆ ਹੈ। ਅਲਹਮਦੁਲਿਲਾ ਸਾਡੇ ਕੋਲ ਹਰ ਕਿਸਮ ਦੇ ਸਬੂਤ, ਹਰ ਕਿਸਮ ਦੀ ਚੀਜ਼ ਮੌਜੂਦ ਹੈ। ਤੇ ਅਸੀਂ ਕਿਸੇ ਵੀ ਕਿਸਮ ਦੀ ਡਾਕੂਮੈਂਟੇਸ਼ਨ ਕਿਸੇ ਭਾਈ ਨੂੰ ਵੀ ਚਾਹੀਦੀ ਹੋਵੇ, ਅਸੀਂ ਉਸੇ ਟਾਈਮ ਭੇਜਣ ਨੂੰ ਤਿਆਰ ਹਾਂ। ਇਹਦੇ ਵਿੱਚ ਕੋਈ ਲੁਕੀ ਛੁਪੀ ਗੱਲ ਨਹੀਂ ਹੈਗੀ। ਖਤਮੇ ਨਬੂਵਤ ਜਿਹੜਾ ਮੁਫਤੀ ਸਾਹਿਬ ਦਾ ਚੈਨਲ ਹੈ, ਉਹਦੇ ਉੱਪਰ ਉਹਨਾਂ ਦੀ ਹਰ ਚੀਜ਼, ਔਰ ਉਹਨਾਂ ਦੀ ਵੈਬਸਾਈਟ ਦੇ ਉੱਪਰ ਹਰ ਚੀਜ਼ ਆਇਆ ਹੈ। ਕੋਈ ਇਹਦੇ ਵਿੱਚ ਪਰਦੇ ਵਾਲੀ ਗੱਲ ਨਹੀਂ ਹੈਗੀ। ਮੈਂ ਸਿਰਫ ਓਵਰਸੀਜ਼ ਜਿੰਨੇ ਮੇਰੇ ਪਾਕਿਸਤਾਨੀ ਨੇ, ਜਿੰਨੇ ਭਾਈ, ਜਿੰਨੇ ਵੀ ਦੋਸਤ ਨੇ, ਜਿੰਨੇ ਵੀ ਦੋਸਤ ਅਹਬਾਬ ਨੇ ਇੱਥੇ UAE ਦੇ ਵਿੱਚ ਨੇ, ਯੂਰਪੀਅਨ ਕੰਟਰੀ ਦੇ ਵਿੱਚ ਨੇ, ਉਹਨਾਂ ਅੱਗੇ ਰਿਕੁਐਸਟ ਕਰਦਾ ਵਾਂ ਕਿ ਇਸ ਕੰਮ ਦੇ ਵਿੱਚ ਪਾਰਟਿਸਿਪੇਟ ਕਰਨ ਜਿੰਨਾ ਹੋ ਸਕਦਾ। ਬਸ ਮੇਰੀ ਇਹੀ ਰਿਕੁਐਸਟ ਹੈ। ਹੋਰ ਇਸ ਤੋਂ ਅੱਗੇ ਮੁਫਤੀ ਸਾਹਿਬ। ਅੱਛਾ, ਗੁਜ਼ਾਰਿਸ਼ ਹੈ ਵੇ ਕਿ ਮੀਆਂ ਤੈਮੂਰ ਸਾਹਿਬ ਜਿਸ ਗਰੁੱਪ ਦਾ ਬਾਤ ਕਰ ਰਹੇ ਨੇ, ਇਹਨਾਂ ਦਾ ਆਪਣਾ ਇੱਕ ਜ਼ੋਕ ਹੈ ਨਾ, ਤੇ ਮੇਰੀ ਇਜਾਜ਼ਤ ਨਾਲ ਇਹ ਬਣੇ ਹੈ ਗਰੁੱਪ, ਤੇ ਮੈਨੂੰ ਪਤਾ ਹੀ ਕੋਈ ਨਹੀਂ ਹੈ ਕਿ ਉਸ ਗਰੁੱਪ 'ਚ ਕੌਣ ਹੈ ਜਾਂ ਉਸ ਗਰੁੱਪ ਦਾ ਮਿਸ਼ਨ ਕੀ ਹੈ ਜਾਂ ਜੋ ਵੀ। ਤੇ ਜੋ ਵੀ ਹੈ ਬਈ, ਇਹ ਦੋਸਤ ਆਪਣੇ ਤਈ ਕਰ ਰਹੇ ਨੇ, ਤੇ ਇਹਦੇ ਵਿੱਚ ਮੁਫਤੀ ਮੁਬਸ਼ਰ ਦਾ ਕੋਈ ਕਿਰਦਾਰ ਨਹੀਂ ਹੈ। ਸਮਝ ਆਈ ਕਿ ਨਹੀਂ? ਤੇ ਇਹ ਚੀਜ਼ ਵੀ ਮੱਦੇਨਜ਼ਰ ਰੱਖਣਾ। ਅੱਲਾਹ ਦਾ ਵਜਲ ਮੈਂ ਇੱਕ ਸਿਸਟਮ ਬਣਾ ਰਿਹਾ ਵਾਂ ਕਿ ਬਕਾਇਦਾ ਤੌਰ ਤੇ ਇੱਕ ਰਸੀਦ, ਆਫੀਸ਼ੀਅਲ ਰਸੀਦ ਖਤਮੇ ਨਬੂਵਤ ਫੋਰਮ ਦੀ ਜਿਹੜੀ ਉਹ ਬਣੇਗੀ, ਤੇ ਉਹ ਕੰਪਿਊਟਰਾਈਜ਼ ਸਿਸਟਮ ਹੋਏਗਾ, ਜਿਵੇਂ ਦਾਵਤ ਇਸਲਾਮੀ ਨੇ ਕੀਤਾ ਹੋਇਆ ਹੈ।
ਤੇ ਉਹਦੀ ਜਿਤਨਾ ਵੀ ਮਾਮਲਾਤ ਹੋਣਗੇ ਨਾ, ਇਹ ਬੜੀ ਦੇਰ ਦਾ ਸੀ ਮੇਰੇ ਦੇਣ 'ਚ, ਲੇਕਿਨ ਬਹਰਹਾਲ ਉਹ ਉਸ ਸਿਸਟਮ ਬਣਾਉਣ ਦੇ ਵਿੱਚ ਵੀ ਹੈ ਨਾ, ਉਹ ਚੂँਕਿ ਇੱਕ ਵੈਬਸਾਈਟ ਬਣਨੀ ਹੈ ਤੇ ਉਸ ਵੈਬਸਾਈਟ ਦੀ ਜਿਹੜੀ ਪ੍ਰੋਗਰਾਮਿੰਗ ਹੈ ਉਹਦੀ ਉਹ ਖਰਚਾ ਬੜਾ ਮੰਗ ਰਹੇ ਹੈ। ਤੇ ਇਹ ਬੜੀ ਦੇਰ ਦੇ ਪਹਿਲੇ ਮਸ਼ਵਰੇ ਹੋ ਚੁੱਕੇ ਨੇ ਇਹਦੇ ਉੱਤੇ ਕਿ ਦਾਵਤ ਇਸਲਾਮੀ ਤੁਸੀਂ ਵੇਖਿਆ ਹੋਣਾ, 1 ਰੁਪਈਆ ਵੀ ਕੋਈ ਦਿੰਦਾ ਹੈ ਨਾ, ਫੌਰੀ ਤੌਰ 'ਤੇ ਉਹਦੇ ਮੋਬਾਈਲ ਦੇ ਉੱਤੇ ਵੀ ਮੈਸੇਜ ਹੁੰਦਾ ਹੈ ਔਰ ਉਹਨੂੰ ਜਨਾਬ ਦੂਸਰੀ ਰਸੀਦ ਵੀ ਲੱਭਦੀ ਹੈ। ਤੇ ਲੇਕਿਨ ਇਸ ਸਿਸਟਮ ਨੂੰ ਮੈਨੇਜ ਕਰਨ ਵਾਸਤੇ ਉਹ ਜਿਹੜੀ ਪਿੱਛੇ ਪ੍ਰੋਗਰਾਮਿੰਗ ਹੋਣੀ ਹੈ ਨਾ, ਔਰ ਫਿਰ ਉਹਨੂੰ ਗੌਰਮਿੰਟ ਜਿਹੜੀ FBR ਪਤਾ ਨਹੀਂ ਕੀ ਹੁੰਦੀ ਹੈ, ਤੇ ਉਹਦੇ ਨਾਲ ਵੀ ਅਟੈਚ ਕਰਨਾ, ਤੇ ਇਹ ਸਾਰਾ ਪ੍ਰੋਸੈਸ ਜਿਹੜਾ ਨਾ ਜੀ, ਇਹ ਬੜਾ ਲੰਬਾ ਚੌੜਾ ਹੈ। ਤੁਹਾਨੂੰ ਮੈਂ ਪਹਿਲੇ ਅਰਜ਼ ਕੀਤਾ ਹੈ ਕਿ ਇਹਦੇ ਤੇ ਮੁਸ਼ਾਫਤਾਂ ਹੋ ਚੁੱਕੀਆਂ ਨੇ, ਇਹਦੇ ਤੇ ਬੜੀ ਵਰਕਿੰਗ ਅਸੀਂ ਕੀਤੀ ਹੈ ਪਰਸਨਲੀ, ਤੇ ਬੜੀ ਲੰਬੀ ਚੌੜੀ ਇਹਦੇ ਉੱਤੇ ਅਸੀਂ ਪਲੈਨਿੰਗ ਕਰ ਚੁੱਕੇ ਹਾਂ। ਤੇ ਇਹ ਖੁਦ ਸੈਟਅਪ ਬਣਾਉਣ ਵਾਸਤੇ ਨਾ, ਤੇ ਭਾਈ ਜੀ ਇਹ ਬੜਾ ਲੰਬਾ ਚੌੜਾ ਕੇਸ ਹੈ, ਇਹ ਕੋਈ ਖਾਲਾ ਜੀ ਦਾ ਘਰ ਨਹੀਂ ਹੈ। ਤੇ ਲੇਕਿਨ ਇਹ ਵੇਖੇ ਹਜੇ ਤੱਕ ਤੇ ਅਸੀਂ ਇੱਕ ਦੇਸੀ ਸਾਖਤ ਤੇ ਇਹਨੂੰ ਚਲਾ ਰਹੇ ਸਾਂ, ਤੇ ਉਹ ਦੇਸੀ ਤਰੀਕੇ ਨਾਲ ਹੀ ਜਿਹੜਾ ਇੱਕ ਜਟਕਾ ਤਰੀਕਾ ਹੈ ਨਾ ਜੀ। ਤੇ ਲੇਕਿਨ ਆਉਣ ਵਾਲੇ ਦਿਨਾਂ 'ਚ ਮੈਂ ਸਮਝ ਰਿਹਾ ਵਾਂ ਕਿ ਇਹਨੂੰ ਜਿਹੜਾ ਨਾ ਇੱਕ ਬਿਹਤਰ ਇੱਕ ਮੁਨਜ਼ਮ ਤਰੀਕੇ ਦੇ ਨਾਲ ਕਰਨ ਦੀ ਜ਼ਰੂਰਤ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਤਨਜ਼ੀਮਾਂ ਬੈਨ ਨੇ। ਤੁਸੀਂ ਤਨਜ਼ੀਮ ਨਹੀਂ ਬਣਾ ਸਕਦੇ, ਤੁਸੀਂ ਇੱਥੇ ਕੋਈ ਇਦਾਰੇ ਜਿਹੜੇ ਨੇ ਰਜਿਸਟ੍ਰੇਸ਼ਨ ਹੋਣੀ ਬੜਾ ਮੁਸ਼ਕਲ ਜਿਹਾ ਹੋਇਆ ਹੈ, ਸਮਝ ਆਈ ਕਿ ਨਹੀਂ। ਤੇ ਬੜੇ ਬੜੇ ਰੋਲੇ ਨੇ, ਇਹ ਯੂਸਫੀ ਸਾਹਿਬ ਕਹਿ ਤੇ ਰਹੇ ਨੇ ਫੋਨ ਦੇ ਦਿਆਂਗਾ, ਤੇ ਸਾਡੇ ਰਾਬਤੇ ਦੇ ਵਿੱਚ ਅੱਲਾ ਦੇ ਹੁਕਮ ਨਾਲ ਪਾਕਿਸਤਾਨ ਦੇ ਵੱਡੇ ਵੱਡੇ ਜਿਹੜੇ ਕਾਨੂੰਨਦਾਨ ਲੋਕ ਸਾਡੇ ਰਾਬਤੇ 'ਚ ਨੇ। ਸਾਡੀ ਉਹ ਮੈਨੇਜਮੈਂਟ ਤੁਸੀਂ ਵੇਖੋ ਤਾਂ ਸਹੀ ਸਾਡੇ ਰਸਾਲੇ ਦੀ, ਹਾਂਜੀ। ਚਲੋ ਤੁਹਾਨੂੰ ਮੈਂ ਵਹਾਨਾ ਹੁਣ, ਅੱਲਾਹ ਕੈਮਰਾ ਆਨ ਕਰੀ ਯਾਰ, ਮੇਰਾ ਵੱਡਾ ਕਰੀ ਤਸਵੀਰ। ਹਜ਼ੂਰ ਉਹ ਵੈਬਸਾਈਟ ਦੇ ਬਾਰੇ ਚ ਗੱਲ ਕਰਨੀ ਸੀ, ਇਹ ਬਣਾ ਦੇਗਾ ਉਹ ਹੋਵੇ ਤੇ। ਹਾਂਜੀ ਕੀ ਹੋਇਆ, ਕੀ ਆਂਦੇ ਹੋ ਪਏ? ਇਹ ਜੋ ਤੁਸੀਂ ਵੈਬਸਾਈਟ ਦੀ ਗੱਲ ਕੀਤੀ ਹੈ ਹਜ਼ੂਰ, ਤੁਸੀਂ ਵੈਬਸਾਈਟ ਦੀ ਗੱਲ ਕੀਤੀ ਹੈ, ਤੇ ਵੈਬਸਾਈਟ ਜਿਹੜਾ ਨਾ ਉਹ ਮੇਰਾ ਬੇਟਾ ਬਣਾ ਲਏਗਾ, ਤੇ ਜੋ ਤੁਹਾਡਾ ਹੁਕਮ ਹੋਵੇਗਾ ਤੇ ਉਹ ਇਨਸ਼ਾਅੱਲਾ ਤਾਲਾ ਵੈਬਸਾਈਟ ਤੇ ਬਣਾ ਸਕਦਾ, ਤੇ ਬਣ ਜਾਏਗੀ ਇਨਸ਼ਾਅੱਲਾ ਜੀ ਹਜ਼ੂਰ। ਉਹ ਬਾਬਾ ਜੀ ਉੱਥੇ ਉਹ ਵੈਬਸਾਈਟਾਂ ਉਹ ਜਿਹੜੇ ਫਾਰਮੇਟ ਹੁੰਦੇ ਨੇ ਉਹ ਨਹੀਂ ਚੱਲਣੇ, ਉੱਥੇ ਪ੍ਰੋਗਰਾਮਿੰਗ ਹੋਣੀ ਹੈ, ਉਹ ਲੰਬੇ ਚੌੜੇ ਰੋਲੇ ਨੇ, ਉਹ ਬਾਅਦ 'ਚ ਕਰਾਂਗੇ ਇਨਸ਼ਾਅੱਲਾ। ਅੱਛਾ ਇਹ ਵੇਖੋ ਹੁਣ ਜਿਵੇਂ ਅਸੀਂ ਅਮੀਰੁਲ ਮੁਜਾਹਿਦੀਨ ਨੰਬਰ ਕੱਢਿਆ ਅਲ ਖਾਤਮ ਦਾ, ਤੇ ਇਹਦੀ ਵੀ ਤੁਹਾਨੂੰ ਮੈਂ ਜ਼ਰਾ ਵਿਖਾਵਾਂ। ਇਹ ਵੇਖੋ ਸਰਪ੍ਰਸਤ ਅੱਲਾ ਨੇ ਸੈयद ਅਬਰਾਰ ਹੁਸੈਨ ਸ਼ਾਹ ਸਾਹਿਬ ਮੁਜੱਲਾ ਅਲ ਹਕੀਕਾ ਦੇ ਜਿਹੜੇ ਸਰਪ੍ਰਸਤ ਅੱਲਾ ਨੇ, ਐਡੀਟਰ ਨੇ, ਤੇ ਮੁਦੀਰ ਆਜਜ਼ ਹੈ, ਤੇ ਪ੍ਰੋਫੈਸਰ ਗੁਲਾਮ ਮੁਹੀਉਦੀਨ ਸਾਹਿਬ ਜਿਹੜੇ QTV ਤੇ ਵੀ ਹੁੰਦੇ ਨੇ, ਇਹ ਵੈਸੇ ਮੇਰੇ ਸ਼ਾਗਿਰਦ ਵੀ ਨੇ, ਤੇ ਬਹਰਹਾਲ ਇਹਨਾਂ ਨੂੰ ਅਸੀਂ ਦੀਗਰ ਮੁਦੀਰਾਨ ਦੇ ਵਿੱਚ ਰੱਖਿਆ ਹੈ, ਤੇ ਜ਼ਿਆ ਰਸੂਲ ਵੀ ਆਪਣਾ, ਫਿਰ ਵੇਖੋ ਨਾਜ਼ਮ ਨਸ਼ਰ ਸ਼ਾਹ ਤੇ ਆਪਣਾ, ਫਿਰ ਇਹ ਕਾਨੂੰਨੀ ਮਸ਼ੀਰ ਨੇ ਜ਼ਿਆ ਇਬਰਾਹੀਮ ਭਿੰਡਰ ਸਾਹਿਬ, ਹਾਂਜੀ। ਫਿਰ ਇਸ ਤੋਂ ਬਾਅਦ ਤੁਸੀਂ ਜ਼ਰਾ ਮੁਲਾਹਜ਼ਾ ਕਰੋ ਸਾਡੀ ਮਜਲਿਸ ਇਦਾਰਤ, लफ्ज़ ज़रा छोटे ने, बहरहाल चलो गुजारा हो जाएगा। ज़रा ए पढ़ लो, आप ही पढ़ लो। बंदे ते है जी ए साडी मजलिस मुशावरत है।
ਇਹ ਗੱਲ ਨਹੀਂ ਕਿ ਮਤਲਬ ਕੋਈ ਬਾਡੀ ਨਹੀਂ ਬਣੀ, ਬਾਡੀ ਸਟਰਕਚਰ ਨਹੀਂ, ਉਹ ਸਭ ਕੁਝ ਹੈ। ਇਹ ਸਾਰੇ ਕੰਮ ਕਰ ਕਰਕੇ ਵੇਖੇ ਨੇ, ਰੋਲੇ ਕੁਝ ਹੋਰ ਨੇ, समझ आई कि नहीं। तो बहरहाल इंशाल्लाह ताला ऐसा ऐसा चलेगा, तो थोड़ा जहा टुरने अगे जाके वेने की बनता है इंशाल्लाह ताला, तो सारे काम सैट हो जाएंगे। अच्छा यार मैनू इजाज़त दो यार, बड़ा बोल बोल के वो पहले डिबेट की है, हुण फिर इत्थे मैं शुरू हो गया वां, तो मैनू इजाज़त दे दिओ, थोड़ा जहा आराम कर लेना चाहिए। ठीक है जी, रब रखा जी। अस्सलाम वालेकुम वरहमतुल्लाहि वबरकातुहू। जी मुफ्ती साहब अस्सलाम वालेकुम।